स्वागत है पीटीसी न्यूज़ ਵਿੱਚ ਸਾਰੇ ਦਰਸ਼ਕਾਂ ਦਾ ਤੇ ਮੈਂ ਹਰਪ੍ਰੀਤ ਸਿੰਘ ਵਿਚਾਰ ਤਕਰਾਰ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਸਾਹਮਣੇ ਹਾਜ਼ਰ ਹਾਂ। ਪੰਜਾਬ ਪੁਲਿਸ ਅਕਸਰ ਹੀ ਸੁਰੱਖਿਆ ਦੇ ਵਿੱਚ ਰਹਿੰਦੀ ਹੈ, ਸੁਰੱਖਿਆ ਦੇ ਨਾਲ-ਨਾਲ ਵਿਵਾਦਾਂ ਦੇ ਵਿੱਚ ਵੀ ਰਹਿੰਦੀ ਹੈ। ਹਾਲ ਹੀ ਦੇ ਵਿੱਚ ਹੋਈਆਂ ਘਟਨਾਵਾਂ ਨੇ ਇੱਕ ਵਾਰ ਫਿਰ ਤੋਂ ਇਹ ਸਵਾਲੀਆ ਨਿਸ਼ਾਨ ਜ਼ਰੂਰ ਕਰ ਦਿੱਤਾ ਕਿ ਪੰਜਾਬ ਪੁਲਿਸ ਜਾਂ ਪੁਲਿਸ ਦੇ ਖੂਫੀਆ ਤੰਤਰ ਜਾਂ ਪੁਲਿਸ ਦੇ ਅੰਦਰ ਤਾਣੇ ਬਾਣੇ ਦੇ ਅੰਦਰ ਕੀ ਸਿਆਸਤ ਭਾਰੂ ਹੈ। ਅਜਿਹੀਆਂ ਇੱਕ ਵਾਰ ਨਹੀਂ ਬਹੁਤ ਸਾਰੀਆਂ ਉਦਾਹਰਨਾਂ ਸਾਹਮਣੇ ਆ ਚੁੱਕੀਆਂ ਨੇ। ਜਦੋਂ ਇੱਕੋ ਸ਼ਹਿਰ ਦੇ 4 ਵਾਰ ਐਸਐਸਪੀ 3 ਵਾਰ ਐਸਐਸਪੀ ਬਦਲ ਦਿੱਤੇ ਜਾਣ ਔਰ ਜਿਹੜੇ ਪੁਲਿਸ ਮੁਲਾਜ਼ਮ ਨੇ ਉਹਨਾਂ ਤੇ ਸੰਗੀਨ ਨਸ਼ਿਆਂ ਦੇ ਇਲਜ਼ਾਮ ਲੱਗਣ ਔਰ ਇਹ ਵੀ ਕਿਹਾ ਜਾਵੇ ਕਿ ਇਹਨਾਂ ਦੀ ਪੁਸ਼ਪਨਾਹੀ ਰਾਜਨੀਤਿਕ ਆਗੂ ਕਰ ਰਹੇ ਨੇ ਤਾਂ ਸਵਾਲ ਜ਼ਰੂਰ ਚੁੱਕੇ ਜਾਂਦੇ ਨੇ ਕਿ ਆਮ ਲੋਕਾਂ ਦਾ ਵਿਸ਼ਵਾਸ ਤੁਸੀਂ ਕਿਵੇਂ ਜਿੱਤੋਗੇ। ਹੁਣ ਆਮ ਲੋਕਾਂ ਦਾ ਵਿਸ਼ਵਾਸ ਪੁਲਿਸ ਤੇ ਬਹਾਲ ਕਿਵੇਂ ਹੋਵੇਗਾ ਜਦੋਂ ਸਵਾਲ ਪੁਲਿਸ ਦੇ ਆਪਣੇ ਤੰਤਰ ਤੇ ਹੀ ਵੱਡੇ ਲੱਗ ਰਹੇ ਹੋਣ, ਜਦੋਂ ਪੁਲਿਸ ਅਫਸਰਾਂ ਦੇ ਖਿਲਾਫ ਲੁੱਕਆਊਟ ਨੋਟਿਸ ਜਾਰੀ ਹੁੰਦੇ ਹੋਣ, ਜਦੋਂ ਇਹ ਇਲਜ਼ਾਮ ਲੱਗਦੇ ਹੋਣ ਕਿ ਨਸ਼ਾ ਤਸਕਰਾਂ ਦੀ ਇਹੀ ਲੋਕ ਨੇ ਜਿਹੜੇ ਪੁਸ਼ਪਨਾਈ ਕਰ ਰਹੇ ਨੇ, ਤਾਂ ਫਿਰ ਸਵਾਲ ਚੁੱਕਣੇ ਲਾਜ਼ਮੀ ਨੇ। ਇਸੇ ਤੇ ਵਿਚਾਰ ਚਰਚਾ ਲੈ ਕੇ ਹਾਜ਼ਰ ਹੋਏ ਹਾਂ ਕਿ ਕਿਵੇਂ ਹੁਣ ਵਿਸ਼ਵਾਸ ਬਹਾਲ ਆਮ ਲੋਕਾਂ ਦਾ ਪੁਲਿਸ ਤੇ ਹੋਏਗਾ, ਰਾਜਨੀਤਿਕ ਲੀਡਰਾਂ ਤੇ ਹੋਏਗਾ, ਤੇ ਅਸਲ ਗੱਲ ਪੁਲਿਸ ਅਤੇ ਰਾਜਨੀਤਿਕ ਲੋਕਾਂ ਦੀ ਜਿਹੜਾ ਨੈਕਸਸ ਕਈ ਵਾਰ ਕਿਹਾ ਜਾਂਦਾ ਕਿ ਬਣ ਗਿਆ, ਉਹ ਨੈਕਸਸ ਕਿਵੇਂ ਟੁੱਟੇਗਾ। ਇਸੇ ਤੇ ਵਿਚਾਰ ਚਰਚਾ ਲੈ ਕੇ ਹਾਜ਼ਰ ਹੋਏ ਹਾਂ। ਸਭ ਤੋਂ ਪਹਿਲਾਂ ਜਾਣ ਪਛਾਣ ਕਰਾ ਦਿੰਦੇ ਹਾਂ, ਫਿਰ ਅੱਗੇ ਵਧਦੇ ਹਾਂ। ਸਾਡੇ ਨਾਲ ਨਵਦੀਪ ਸਿੰਘ ਸੰਘਾ ਸਾਹਿਬ ਮੌਜੂਦ ਨੇ, ਬੁਲਾਰ ਨੇ ਆਮ ਆਦਮੀ ਪਾਰਟੀ ਦੇ, ਉਦੈ ਸਿੰਘ ਰਾਠੌੜ ਸਾਹਿਬ ਆਗੂ ਨੇ ਪੰਜਾਬ ਕਾਂਗਰਸ ਦੇ, ਸਾਊਦ ਸਿੰਘ ਬਰਾੜ ਸਾਹਿਬ ਸੀਨੀਅਰ ਪੱਤਰਕਾਰ ਨੇ, ਮਲਵਿੰਦਰ ਸਿੰਘ ਕੰਗ ਸਾਹਿਬ ਬੁਲਾਰ ਨੇ ਪੰਜਾਬ ਭਾਜਪਾ ਦੇ, ਵਿਰਸਾ ਸਿੰਘ ਵਲਟੋਹਾ ਸਾਹਿਬ ਸੀਨੀਅਰ ਆਗੂ ਨੇ ਸ਼੍ਰੋਮਣੀ ਅਕਾਲੀ ਦਲ ਦੇ। ਸਾਰੇ ਮਹਿਮਾਨਾਂ ਦਾ ਬਹੁਤ-ਬਹੁਤ ਸਵਾਗਤ ਹੈ। ਮੈਂ ਰਾਠੌੜ ਸਾਹਿਬ ਸ਼ੁਰੂਆਤ ਤੁਹਾਡੇ ਤੋਂ ਕਰਾਂਗਾ। ਇਸ ਦੇ ਵਿੱਚ ਕੋਈ ਦੁਰਾਏ ਨਹੀਂ ਹੈ ਕਿ ਤੁਸੀਂ ਬੜੀ ਵਾਰ ਇਹ ਕਿਹਾ ਕਿ ਪੁਲਿਸ ਦੇ ਅੰਦਰ ਜਿਹੜਾ ਸਿਆਸੀਪਨ ਪਿਛਲੀਆਂ ਸਰਕਾਰਾਂ ਕਰਕੇ ਗਈਆਂ ਨੇ ਉਸ ਨੂੰ ਖਤਮ ਕਰਨ ਦੀ ਤੁਸੀਂ ਕੋਸ਼ਿਸ਼ ਕੀਤੀ ਹੈ। ਹਲਕਾ ਆਗੂ ਇਸੇ ਨਹੀਂ ਲਾਏ ਕਿਉਂਕਿ ਐਸਐਚਓ ਉਹਨਾਂ ਦੀ ਮਰਜ਼ੀ ਦਾ ਲੱਗਣਾ ਚਾਹੀਦਾ ਸੀਗਾ, ਐਸਐਸਪੀ ਉਹਨਾਂ ਦੀ ਮਰਜ਼ੀ ਦਾ ਲੱਗਣਾ ਚਾਹੀਦਾ ਸੀਗਾ, ਇਸ ਕਰਕੇ ਤੁਸੀਂ ਹਲਕਾ ਆਗੂਆਂ ਨੂੰ ਵੀ ਛੱਡਤਾ। ਪਰ ਉਸ ਦੇ ਬਾਵਜੂਦ ਅਜਿਹੀ ਕਸ਼ੀਦਗੀ ਦੇਖਣ ਨੂੰ ਮਿਲ ਰਹੀ ਹੈ ਕਿ ਮੋਗਾ ਦੇ ਇੱਕ ਹਫ਼ਤੇ ਦੇ ਵਿੱਚ 3 ਐਸਐਸਪੀ ਤਬਦੀਲ ਕਰ ਦਿੱਤੇ ਜਾਣ, ਤਾਂ ਫਿਰ ਇੱਕ ਸਵਾਲ ਜ਼ਰੂਰ ਉੱਠਦਾ ਕਿ ਇਹ ਸਭ ਚੀਜ਼ਾਂ ਕਿਉਂ ਹੋ ਰਹੀਆਂ ਨੇ। ਜੇਕਰ ਤੁਸੀਂ ਕਿਸੇ ਨੂੰ ਟ੍ਰਾਂਸਫਰ ਕਰਕੇ ਕਿਤੇ ਲਾਇਆ ਜਾਂਦਾ ਤਾਂ ਘੱਟੋ ਘੱਟ ਉਸ ਤੇ ਭਰੋਸਾ ਕਾਇਮ ਰੱਖੀਏ, ਜਾਂ ਫਿਰ ਲੋਕਾਂ ਜਾਂ ਸਿਆਸੀ ਆਗੂਆਂ ਦੇ ਕਹਿਣ ਤੇ ਅਸੀਂ ਐਸਐਸਪੀ ਤਬਦੀਲ ਕਰਦੇ ਰਹਾਂਗੇ। ਦੇਖੋ ਹਰਪ੍ਰੀਤ ਜੀ, 1.25 ਸਾਲ ਹੋ ਗਏ ਸਰਕਾਰ ਬਣੇ ਹੋਏ, ਔਰ ਇਹ ਜਿਹੜਾ ਨੈਕਸਸ ਜਿਹੜੀ ਤੁਸੀਂ ਗੱਲ ਕੀਤੀ ਹੈ ਪਿਛਲੇ 10-12 ਸਾਲ 'ਚ ਬਹੁਤ ਭਾਰੂ ਹੋਇਆ ਸੀਗਾ, ਔਰ ਪੁਲਿਸ ਦੇ ਅੰਦਰ ਇਹ ਜਿਹੜਾ ਤੰਤਰ ਸੀ ਬਹੁਤ ਜ਼ਿਆਦਾ ਹਾਵੀ ਸੀਗਾ। ਮੋਗੇ ਦੀ ਤੁਸੀਂ ਗੱਲ ਕਰ ਰਹੇ ਹੋ, ਮੋਗੇ ਦੇ ਅੰਦਰ 3 ਤਾਂ ਨਹੀਂ, ਚਲੋ ਇੱਕ ਤਾਂ ਪਹਿਲੇ ਐਸਐਸਪੀ ਸਾਹਿਬ ਲੱਗੇ ਹੋਏ ਸੀ, ਵਿਚਾਰ ਦੇ ਜਿਹੜੇ ਹੁਣ ਆਏ ਸੀ ਉਹ ਐਸਐਸਪੀ ਸਾਹਿਬ ਚੇਂਜ ਹੋਏ ਤੇ ਤੂਰ ਸਾਹਿਬ ਲੱਗੇ ਨੇ। ਮਤਲਬ ਤੀਜੇ ਐਸਐਸਪੀ ਸਾਹਿਬ ਨੇ ਨਾ ਉਹ ਬਿਲਕੁਲ ਇੱਕ ਤਾਂ ਸੀਗੇ ਤੇ ਇੱਕ ਪਹਿਲੇ ਸੀਗੇ ਉਹ ਚਲੇ ਗਏ, ਦੂਜੇ ਲਾਏ 2 ਦਿਨ ਰਹੇ ਨੂੰ ਕਹਿ ਸਕਦੇ ਹੁਣ ਲਾਏ ਨਾ ਫਿਰ ਆਪਾਂ। ਲੇਕਿਨ ਗੱਲ ਹੈ ਨਾ ਕਿ ਜਿਹੜੇ ਐਸਐਸਪੀ ਸਾਹਿਬ ਪਹਿਲਾਂ ਹਟਾਏ ਗਏ, ਤੁਸੀਂ ਦੇਖਿਆ ਵੀ ਉਹਨਾਂ ਦੇ ਉੱਤੇ ਜੋ ਇਲਜ਼ਾਮ ਲੱਗੇ, ਆਖਰਕਾਰ ਪੁਲਿਸ ਦੇ ਉੱਪਰ ਇਲਜ਼ਾਮ ਲੱਗਣਾ ਇੱਕ ਤੰਤਰ ਦੇ ਉੱਪਰ, ਇੱਕ ਅਫਸਰ ਦੇ ਉੱਪਰ, ਉਹ ਇੱਕ ਜਾਂਚ ਦਾ ਵਿਸ਼ਾ ਔਰ ਤੇ ਹੁਣ ਉਹ ਕੋਰਟ ਦੇ ਅੰਦਰ ਮੈਟਰ ਹੈਗਾ। ਦੂਜੀ ਗੱਲ, ਜਿਹੜੇ ਐਸਐਸਪੀ ਸਾਹਿਬ ਦੁਬਾਰਾ ਆਏ ਨੇ ਉਹਨਾਂ ਦੇ ਉੱਤੇ ਵੀ ਇੱਕ ਇਨਕੁਆਇਰੀ ਚੱਲ ਰਹੀ ਸੀ, ਉਹ ਇੱਥੇ ਲਾਏ ਕਿਉਂ? ਬਿਲਕੁਲ ਉਹ ਇੱਥੇ ਸ਼ਿਫਟ ਹੋਏ ਆ, ਲੇਕਿਨ ਜਦ ਦੁਬਾਰਾ ਮੈਂ ਮੰਨ ਗਿਆ ਤੁਹਾਡਾ ਵਿਜੀਲੈਂਸ ਕਿੱਥੇ ਹੈ ਫਿਰ? ਤੁਹਾਡੀ ਸਰਕਾਰ ਦਾ ਵਿਜੀਲੈਂਸ ਕੀ ਹੈ, ਤੁਹਾਡੀ ਦੂਰਦ੍ਰਿਸ਼ਟੀ ਕੀ ਹੈ? ਜਦੋਂ ਤੁਸੀਂ ਇੱਕ ਐਸਐਸਪੀ ਨੂੰ ਕਿਸੇ ਥਾਂ ਤੇ ਤਬਦੀਲ ਕਰਦੇ ਹੋ, ਉੱਥੇ ਆਲਰੇਡੀ ਤੁਹਾਨੂੰ ਪਤਾ ਹੈ ਕਿ ਇੱਕ ਵਿਵਾਦਪੂਰਨ ਸਥਿਤੀ ਬਣੀ ਹੋਈ ਹੈ, ਤੁਸੀਂ ਦੁਬਾਰਾ ਫਿਰ ਇੱਕ ਵਿਵਾਦਾਂ 'ਚ ਘਿਰੇ ਐਸਐਸਪੀ ਨੂੰ ਉੱਥੇ ਲਾ ਰਹੇ ਹੋ, 2 ਦਿਨ ਬਾਅਦ ਫਿਰ ਬਦਲ ਰਹੇ ਹੋ। ਦੇਖੋ ਹਰਪ੍ਰੀਤ ਜੀ, ਅਫਸਰ ਤਾਂ ਉਹੀ ਨੇ, ਸਰਕਾਰਾਂ ਚਾਹੇ ਬਦਲ ਜਾਣ, ਆਈਪੀਐਸ ਅਫਸਰ ਵੀ ਉਨੇ ਰਹਿਣੇ ਆ, ਆਈਐਸ ਅਫਸਰ ਵੀ ਉਨੇ ਰਹਿਣੇ ਆ, ਐਸਐਚਓਜ਼ ਵੀ ਉਨੇ ਹੀ ਰਹਿਣੇ ਆ। ਆਪਾਂ ਉਹਨਾਂ ਨੂੰ ਤਬਦੀਲੀਆਂ ਕਰਕੇ, ਉਹਨਾਂ ਦੇ ਤਬਾਦਲੇ ਕਰਕੇ ਉਹਨਾਂ ਨੂੰ ਐਡਜਸਟਮੈਂਟ ਕਰ ਸਕਦੇ ਹਾਂ। ਮੇਰਾ ਸਵਾਲ ਇਹ ਹੈ ਕਿ ਜਦੋਂ ਤੁਸੀਂ ਐਸਐਸਪੀ ਢਿੱਲੋਂ ਸਾਹਿਬ ਨੂੰ ਲਾਣ ਜਾ ਰਹੇ ਹੋ, ਤੁਸੀਂ ਹੁਣ ਕਹਿ ਰਹੇ ਹੋ ਕਿ ਉਹਨਾਂ ਦਾ ਵੀ ਇੱਕ ਵਿਵਾਦ ਚੱਲ ਰਿਹਾ ਸੀ। ਜੇ ਵਿਵਾਦ ਉਹਨਾਂ ਦਾ ਚੱਲ ਹੀ ਰਿਹਾ ਸੀ ਤੇ ਵਿਵਾਦ ਵਾਲੀ ਥਾਂ ਤੇ ਹੀ ਉਹਨਾਂ ਨੂੰ ਦੁਬਾਰਾ ਕਿਉਂ ਲਾਇਆ ਗਿਆ? 2 ਦਿਨ ਬਾਅਦ ਤੁਹਾਨੂੰ ਬਦਲਣਾ ਪਿਆ। ਦੇਖੋ ਢਿੱਲੋਂ ਸਾਹਿਬ ਦੀ ਜਿਹੜੀ ਇਨਕੁਆਇਰੀ ਉਹ ਚੱਲ ਰਹੀ ਹੈ, ਹਜੇ ਉਹ ਆਪਾਂ ਉਹਨੂੰ ਕਹੀਏ ਵੀ ਐਗਜ਼ੀਕਿਊਟ ਹੋ ਗਏ, ਉਹ ਆਪਾਂ ਕਹਿ ਨਹੀਂ ਸਕਦੇ। ਇਨਕੁਆਇਰੀ ਚੱਲ ਰਹੀ ਹੈ। ਹੁਣ ਗੱਲ ਇਹ ਹੈ ਕਿ ਵੀ ਅਗਰ ਮੀਡੀਆ ਬਾਰ-ਬਾਰ ਸਵਾਲ ਚੱਕਦੇ ਆ, ਲੋਕ ਬਾਰ-ਬਾਰ ਸਵਾਲ ਚੱਕਦੇ ਆ, ਤਾਂ ਸਰਕਾਰ ਜਿਹੜੀ ਪਾਰਦਰਸ਼ੀ ਇੱਕ ਸਰਕਾਰ, ਆਪਾਂ ਮੀਡੀਆ ਸਰਕਾਰ ਚਲਾਇਆ ਕਰੇਗੀ। ਜੇ ਮੀਡੀਆ ਕਹੇਗੀ ਕਿ ਇਹ ਬੰਦਾ ਦਾਗੀ ਹੈ, ਨਹੀਂ ਫਿਰ ਮੈਂ ਜੇ ਗੱਲ ਕਹਾਂਗੇ, ਮੈਂ ਤੁਹਾਨੂੰ ਇਹ ਗੱਲ ਪੁੱਛਾਂ ਕਿ ਹੁਣ ਮੀਡੀਆ ਤੋਂ ਪੁੱਛ ਕੇ ਅਸੀਂ ਬਦਲੀਆਂ ਕਰਨੀਆਂ ਸ਼ੁਰੂ ਕਰੀਏ? ਮੈਂ ਉਹੀ ਤਾਂ ਕਹਿ ਰਿਹਾ ਨਾ, ਫਿਰ
ਫਿਰ ਤੁਸੀਂ ਮੀਡੀਆ ਤੋਂ ਪੁੱਛੋ ਬਦਲੀਆਂ ਨਹੀਂ ਕਰ ਰਹੀਆਂ ਤਾਂ ਸਵਾਲ ਇਹ ਖੜਾ ਹੁੰਦਾ ਇੱਕ ਹਫ਼ਤੇ 'ਚ 3 ਐਸਐਸਪੀ ਕਿਵੇਂ ਬਦਲ ਸਕਦੇ ਹੋ? ਦੇਖੋ 3 ਨਹੀਂ, ਮੈਂ ਫੇਰ ਉਹੀ ਕਹਿ ਰਿਹਾ, ਇੱਕ ਐਸਐਸਪੀ ਤੁਸੀਂ ਕਹਿ ਸਕਦੇ ਹੋ ਕਿ ਬਦਲਿਆ ਗਿਆ, 3 ਐਸਐਸਪੀ ਆਪਾਂ ਨਹੀਂ ਕਰ ਸਕਦੇ। ਆਪਾਂ ਇੱਕ ਪਾਰਦਰਸ਼ੀ ਸਰਕਾਰ ਲੋਕਾਂ ਨੂੰ ਦੇਣ ਦੀ ਕੋਸ਼ਿਸ਼ ਕਰ ਰਹੇ, ਲੋਕਾਂ ਨੂੰ ਦੇਣ ਦੀ ਕੋਸ਼ਿਸ਼ ਕਰ ਰਹੇ ਹੈ। ਨਹੀਂ, ਇਹ ਤੁਹਾਡੇ ਕਹਿਣ ਨਾਲ ਤੀਜਾ ਹੋ ਗਿਆ, ਮੈਂ ਨਹੀਂ ਮੰਨਦਾ ਨਾ। ਸਭ ਤੋਂ ਵੀ ਲੈ ਲੈਣੇ ਮੌਕੇ ਤੇ ਰਹਿਣ ਵਾਲੇ ਨੇ, ਤੇ ਤੁਸੀਂ ਆਪਣੀ ਗੱਲ ਕੰਪਲੀਟ ਸਾਫ ਸੁਥਰਾ ਪ੍ਰਸ਼ਾਸਨ ਦੇਣ ਦੀ ਕੋਸ਼ਿਸ਼ ਕਰ ਰਹੀ ਹੈ। ਅਗਰ ਇਸ ਦੇ ਅੰਦਰ ਕੋਸ਼ਿਸ਼ ਦੇ ਅੰਦਰ ਕਿਸੇ ਅਫਸਰ ਨੂੰ 1 ਜਾਂ 2 ਵਾਰ ਬਦਲਿਆ ਵੀ ਜਾਂਦਾ ਇੱਕ ਥਾਂ ਤੇ, ਤਾਂ ਉਹਦੇ 'ਚ ਦੱਸੋ ਹਰਜ ਕੀ ਹੈ? ਹਰਜ ਕੀ ਹੈ? ਅਜਿਹੀਆਂ ਤਬਦੀਲੀਆਂ ਜੋ ਹੁੰਦੀਆਂ ਰਹਿਣ, ਕਿਉਂਕਿ ਇੱਕ ਸਾਫ ਸੁਥਰਾ ਪ੍ਰਸ਼ਾਸਨ ਦੇਣਾ। ਜੇ ਕਿਸੇ ਅਫਸਰ ਦੇ ਉੱਤੇ, ਕਿਸੇ ਪੁਲਿਸ ਮੁਲਾਜ਼ਮ ਦੇ ਉੱਤੇ, ਕਿਸੇ ਐਸਐਸਪੀ ਤੇ ਇਲਜ਼ਾਮ ਲੱਗੇ ਨੇ, ਉਹਨੂੰ ਸਾਈਡ ਤੇ ਕਰਨਾ ਕੋਈ ਚੰਗੀ ਗੱਲ ਹੀ ਹੈ, ਮਾੜੀ ਤਾਂ ਨਹੀਂ ਹੈ। ਦੇਖੋ ਹਰਪ੍ਰੀਤ ਜੀ, ਤਬਦੀਲੀਆਂ ਜਿਹੜੀਆਂ ਟਰਾਂਸਫਰਸ ਆ, ਰੂਟੀਨ ਟਰਾਂਸਫਰਸ ਹੁੰਦੀਆਂ ਗਵਰਨਮੈਂਟਸ ਦੇ ਵਿੱਚ ਹੁੰਦੀਆਂ ਰਹਿੰਦੀਆਂ, ਪਰ ਕਾਰਨ ਕੀ ਹੈ ਵੀ ਜਿਹੜੇ ਪਹਿਲੇ ਐਸਐਸਪੀ ਸੀ ਮੋਗੇ ਰਾਜਜੀਤ ਜੀ, ਉਹ ਕੰਟਰੋਵਰਸ਼ੀਅਲ ਹੋਇਆ, ਉਹਨਾਂ ਦਾ ਡਰੱਗਸ ਦੇ ਨਾਲ ਜੋ ਇਲਜ਼ਾਮ ਲੱਗੇ, ਪ੍ਰੈਸ਼ਰ ਬਣਿਆ, ਪਬਲਿਕ ਦਾ ਬਣਿਆ, ਮੀਡੀਆ ਦਾ ਬਣਿਆ, ਔਰ ਬਹੁਤ ਕੁਝ ਹੋਇਆ, ਤਾਂ ਉਹਨਾਂ ਨੂੰ ਬਦਲ ਦਿੱਤਾ ਗਿਆ। ਜਿਹੜੇ ਉਸ ਤੋਂ ਬਾਅਦ ਲਾਏ ਗਏ ਢਿੱਲੋਂ ਸਾਹਿਬ, ਮੈਂ ਇਹ ਸਮਝਦਾ ਕਿ ਉਹ ਵਿਦਾਊਟ ਐਨੀ ਡਿਟੇਲਡ ਐਕਸਰਸਾਈਜ਼, ਜਾਂ ਉਹਨਾਂ ਨੇ ਕੋਈ ਆਪਦਾ ਇਹਦਾ ਮਤਲਬ ਪੁਲਿਸ ਦਾ ਜਿਹੜਾ ਸੀਗਾ ਕੋਈ ਰਿਕਾਰਡ ਨਹੀਂ ਵੇਖਿਆ ਗਿਆ, ਕੋਈ ਉਹਨਾਂ ਦਾ ਕਾਰਨ ਕੀ ਸੀਗਾ ਵੀ NDPC ਦਾ ਇੱਕ ਜਿਹੜਾ ਕੇਸ ਸੀਗਾ ਰਿਗਾਰਡਿੰਗ ਉਹਦੇ ਹੀ ਉਹਨਾਂ ਦੀ ਇੱਕ ਇਨਕੁਆਇਰੀ ਚੱਲ ਰਹੀ ਸੀ, ਔਰ ਜਿਹੜੇ ਪਹਿਲਾਂ ਬਦਲੇ ਗਏ ਆ ਉਹ ਵੀ ਰਿਗਾਰਡਿੰਗ ਡਰੱਗਸ ਬਦਲੇ ਗਏ ਆ। ਸੋ ਮੇਰੇ ਖਿਆਲ ਇਹ ਹੈ ਵੀ ਕਿ ਇੱਕ ਜਿਹੜਾ ਮੁੱਦਾ ਜਿਹੜਾ ਪੰਜਾਬ ਦੇ ਵਿੱਚ ਭਖਿਆ ਹੋਇਆ, ਇੱਥੇ ਚੇਂਜ ਕਰਨ ਵੇਲੇ ਇਹ ਜ਼ਰੂਰੀ ਡਿਟੇਲਡ ਐਕਸਰਸਾਈਜ਼ ਇਹਦੀ ਕਰਨੀ ਚਾਹੀਦੀ ਸੀ ਵੀ ਕਿਸ ਤਰ੍ਹਾਂ ਦਾ ਐਸਐਸਪੀ ਹੁਣ ਉੱਥੇ ਮੋਗੇ ਨੂੰ ਦੇਣਾ ਚਾਹੀਦਾ ਹੈ। ਸੋ ਉਸ ਤੋਂ ਬਾਅਦ ਦੇ 2 ਦਿਨ ਤੋਂ ਬਾਅਦ ਫੇਰ ਹੁਣ ਬਦਲਿਆ ਗਿਆ, ਹੁਣ ਤੀਸਰੇ ਲਗਾਏ ਗਏ ਹੈਗੇ ਆ। ਔਰ ਜਿਹੜੀ ਆਪਾਂ ਇਹ ਗੱਲ ਕਰਦੇ ਹੈਗੇ ਆ ਕਿ ਜਿਹੜਾ ਨੈਕਸਸ ਹੈਗਾ ਪੋਲੀਟੀਕਲ ਪਰਸਨੈਲਿਟੀਜ਼ ਦਾ ਔਰ ਪੁਲਿਸ ਡਿਪਾਰਟਮੈਂਟ ਦਾ, ਇਹ ਬਣਿਆ ਵਾ, ਚੱਲਿਆ ਆ ਰਿਹਾ। ਅੱਜ ਦੀ ਤੁਸੀਂ ਨਿਊਜ਼ ਪੜ੍ਹ ਲਓ, 130 DSP ਜਿਹੜੇ ਟਰਾਂਸਫਰਸ ਹੋਏ ਆ, ਉਹਦੇ ਵਿੱਚ ਅਜੀਤ ਦੀ ਇੱਕ ਨਿਊਜ਼ ਹੈ ਵੀ ਜੁਗਾੜ ਲਾ ਕੇ ਆਪਣਾ ਰੁਤਬਾ ਹਾਸਲ ਕਰਨ ਦੇ ਵਿੱਚ ਕਾਮਯਾਬ। ਜੁਗਾੜ ਆਪਾਂ ਕੀ ਕਹਿ ਸਕਦੇ ਹਾਂ? ਇਹਦਾ ਮਤਲਬ ਦੇਰ ਇਜ਼ ਸਮਥਿੰਗ, ਮਤਲਬ ਕਿ ਇਹਨਾਂ ਦਾ ਕੋਈ ਕਨੈਕਸ਼ਨ ਹੈ। ਜਦੋਂ ਦੇਖੋ ਵੀ ਅਜੇ ਤੱਕ ਜਿਹੜੇ ਥਾਣੇ ਆ, ਮੈਂ ਸਪਸ਼ਟ ਕਹਿਣਾ ਚਾਹੁੰਦਾ, ਥਾਣੇ ਠੇਕਿਆਂ ਤੇ ਚੜ੍ਹਦੇ, ਫਿਰ ਤਹਿਸੀਲਾਂ ਚੜ੍ਹਦੀਆਂ, ਉਸ ਤੋਂ ਬਾਅਦ ਜ਼ਿਲ੍ਹੇ ਚੜ੍ਹ ਰਹੇ। ਜਿਹੜਾ ਇਹ ਸਿਸਟਮ ਇੱਥੇ ਇਹ ਚੱਲ ਰਿਹਾ ਹੈਗਾ ਸ਼ੁਰੂ ਤੋਂ ਲੈ ਕੇ ਅੱਜ ਤੁਸੀਂ ਦੇਖ ਲਓ, ਚਾਹੇ ਸਾਲ 1.5 ਸਾਲ ਲੰਘ ਗਿਆ ਸਰਕਾਰ ਦਾ, ਕੋਈ ਵੀ ਮਤਲਬ ਕਿ ਅਜੇ ਤੱਕ ਉਹ ਆਪਾਂ ਜ਼ੀਰੋ ਟੋਲਰੈਂਸ ਵਾਲੀ ਗੱਲ ਜਿਹੜੀ ਹੈ ਪੰਜਾਬ ਦੇ ਵਿੱਚ ਨਹੀਂ ਦਿਸੀ, ਨਜ਼ਰ ਨਹੀਂ ਆ ਰਹੀ। ਠੀਕ ਹੈ, ਵਲਟੋਹਾ ਸਾਹਿਬ ਕੋਲ ਚੱਲਦੇ ਹਾਂ, ਫਿਰ ਵਾਪਸ ਆਉਂਦੇ। ਵਲਟੋਹਾ ਸਾਹਿਬ, ਜਿਸ ਤਰ੍ਹਾਂ ਸਟਾਰਟਿੰਗ ਦੇ ਵਿੱਚ ਇਹਨਾਂ ਨੇ ਕਿਹਾ, ਰਠੌੜ ਸਾਹਿਬ ਨੇ, ਕਿ ਪਿਛਲੇ 10 ਸਾਲਾਂ ਦੇ ਵਿੱਚ ਜਿਹੜਾ ਨੈਕਸਸ ਤੁਹਾਡਾ ਸੀਗਾ, ਤੁਹਾਡੀ ਸਰਕਾਰ ਦਾ ਸੀਗਾ, ਉਸ ਨੈਕਸਸ ਨੂੰ ਤੋੜਨ ਦੇ ਵਿੱਚ ਉਹ ਲੱਗੇ ਹੋਏ ਨੇ ਪਿਛਲੇ 1.25 ਸਾਲ ਤੋਂ। ਇਸੇ ਕਰਕੇ ਹੀ ਅਜਿਹੀਆਂ ਤਬਦੀਲੀਆਂ ਟਰਾਂਸਫਰਸ ਕੀਤੀਆਂ ਜਾ ਰਹੀਆਂ ਨੇ ਵੱਡੇ ਪੱਧਰ ਤੇ। ਹਰਪ੍ਰੀਤ ਜੀ, ਬੜੀ ਹਾਸੋਹੀਣੀ ਗੱਲ ਹੈ। ਸਰਕਾਰ ਇਹਨਾਂ ਦੀ ਬਣੀ ਨੂੰ ਵੀ 1.5 ਸਾਲ ਹੋ ਗਿਆ, ਤੇ ਨੈਕਸਸ ਸਾਡਾ ਦੱਸਣ ਦਾ ਜਿਹੜਾ ਇਹਨਾਂ ਕੋਲ ਕਾਬੂ ਨਹੀਂ ਆ ਰਿਹਾ। ਇਹ ਦੂਸ਼ਣਬਾਜ਼ੀ, ਇਲਜ਼ਾਮਬਾਜ਼ੀ, ਇਹ ਕਿੰਨਾ ਚਿਰ ਚੱਲੀ ਜਾਊਗੀ? ਕਿੰਨਾ ਚਿਰ ਖੇਡ ਚੱਲੀ ਜਾਊਗੀ? ਬੰਦ ਕਰੋ ਕਿਰਪਾ ਕਰਕੇ। ਹੁਣ ਜਿਹੜੀ ਤੁਹਾਡੀ ਜ਼ਿੰਮੇਵਾਰੀ ਬਣਦੀ ਉਹਨੂੰ ਨਿਭਾਓ, ਔਰ ਜ਼ਿੰਮੇਵਾਰੀ ਨਿਭਾਉਣ 'ਚ ਕਿੰਨੇ ਕੁ ਕਾਮਯਾਬ ਨੇ ਕਿ ਇੱਕ ਪੁਲਿਸ ਮਹਿਕਮੇ ਦਾ ਇੱਕ ਇੰਸਪੈਕਟਰ ਚੁੱਕਿਆ ਜਾਂਦਾ ਹੈ ਜਿਹੜਾ ਵੱਡੇ ਵੱਡੇ ਅਫਸਰਾਂ ਦੀ ਅੱਖਾਂ ਦਾ ਤਾਰਾ ਸੀਗਾ, ਖਾਸ ਕਰਕੇ SSP ਰਾਜਜੀਤ ਸਿੰਘ ਦੀ ਅੱਖਾਂ ਦਾ ਤਾਰਾ ਸੀਗਾ। ਤੇ ਚੁੱਕਿਆ ਕਿਉਂ ਜਾਂਦਾ ਹੈ ਕਿ ਉਹਦੀਆਂ ਜਿਹੜੀਆਂ ਕਰਤੂਤਾਂ ਸਾਹਮਣੇ ਆਈਆਂ, ਤੇ ਜਦੋਂ ਉਹਨੂੰ ਚੁੱਕਿਆ, ਇਨਵੈਸਟੀਗੇਸ਼ਨ ਹੋਈ, ਇੰਟੈਰੋਗੇਸ਼ਨ ਹੋਈ, ਉਹਦੇ 161 ਤੇ ਬਿਆਨ ਜਿਹੜੇ ਆਏ ਸਾਹਮਣੇ ਆਏ, ਉਹਦੀ ਇਨਵੈਸਟੀਗੇਸ਼ਨ ਦੇ ਬਿਆਨ ਸਾਹਮਣੇ ਆਏ, ਉਹਦੇ 'ਚ ਉਹਨੇ ਕਿਹਾ ਜੀ ਮੇਰੇ ਨਾਲ ਰਾਜਜੀਤ ਸਿੰਘ ਭਾਗੀਦਾਰ ਹੈ। ਇਹ ਬਕਾਇਦਾ ਜਿਹੜੀ ਪੁੱਛਗਿੱਛ ਉਹਦੇ ਵਿੱਚ ਹੈ। ਤੇ ਜਦੋਂ ਕਿਸੇ ਦੀ ਪੁੱਛਗਿੱਛ ਦੇ ਵਿੱਚ, ਕਿਸੇ ਮੁਲਜ਼ਮ ਦੀ ਪੁੱਛਗਿੱਛ ਦੇ ਵਿੱਚ ਕੋਈ ਆ ਜਾਂਦਾ ਹੈ, ਉਹਦਾ ਦੋਸ਼ ਸਾਬਤ ਹੋ ਜਾਂਦਾ ਹੈ ਵੀ ਉਹ ਵੀ ਇਹਦੇ ਵਿੱਚ ਸ਼ਾਮਲ ਹੈ, ਤੇ ਉਹ ਵੀ ਆਪਣੇ ਆਪ ਹੀ ਇੱਕ ਅਕਿਊਜ਼ ਬਣ ਜਾਂਦਾ ਹੈ, ਮੁਲਜ਼ਮ ਬਣ ਜਾਂਦਾ ਹੈ। ਤੇ ਮੁਲਜ਼ਮ ਬਣੇ ਹੋਏ ਨੂੰ ਰਾਜਜੀਤ ਸਿੰਘ ਨੂੰ ਸਾਲ ਤੋਂ ਉੱਤੇ ਹੋ ਗਿਆ, ਸਾਲ ਤੋਂ ਉੱਤੇ। ਤੇ ਮੈਂ ਪਤਾ ਨਹੀਂ ਤੁਹਾਡੇ ਚੈਨਲ ਤੇ, ਦੂਸਰੇ ਚੈਨਲਾਂ ਤੇ, ਪਤਾ ਨਹੀਂ ਕਿੱਥੇ ਕਿੱਥੇ ਵਾਰ-ਵਾਰ ਰੌਲਾ ਪਾ ਚੁੱਕਾ ਹੈ ਕਿ ਰਾਜਜੀਤ ਸਿੰਘ ਨੂੰ ਜੇ ਇਨਵੈਸਟੀਗੇਸ਼ਨ ਦੇ ਵਿੱਚ ਨੰਗਾ ਹੋਇਆ ਤੇ ਇਹ ਸਰਕਾਰ ਕਿਉਂ ਲਾ ਕੇ ਬੈਠੀ ਆ, ਕਿਉਂ ਨਹੀਂ ਬਦਲਦੀ? ਤੇ ਇਹ ਰਾਜਜੀਤ ਸਿੰਘ ਉਹ ਆ ਜਿਹਨੂੰ ਅਸੀਂ ਇੱਥੋਂ ਤਰਨਤਾਰਨ ਨੂੰ ਮਹਾਂ ਕੱਢਿਆ ਸੀਗਾ, ਇਹਦੀਆਂ ਕਰਤੂਤਾਂ ਕਰਕੇ ਕੱਢਿਆ ਸੀ, ਇਹਨਾਂ ਗੱਲਾਂ ਕਰਕੇ ਇੱਥੋਂ ਇਹਨੂੰ ਬਦਲਿਆ ਗਿਆ ਸੀਗਾ। ਔਰ ਅੱਜ ਰਾਜਜੀਤ ਸਿੰਘ ਨੂੰ ਜਦੋਂ ਚਾਰ 'ਚ ਫਿਰਿਓ ਦਬਾਅ ਪਿਆ ਆ, ਮੀਡੀਆ 'ਚ ਗੱਲ ਉੱਠੀ ਹੈ, ਲੋਕਾਂ ਨੇ ਵਿਰੋਧ ਕੀਤਾ ਹੈ, ਲੋਕ ਸੜਕਾਂ ਤੇ ਆਏ ਨੇ, ਗੱਲ ਉੱਠੀ ਵੀ ਸਰਕਾਰ ਜਿਹੜੀ ਹੈ ਸਿੰਸੀਅਰ ਨਹੀਂ,
ਤੇ ਫਿਰ ਸਰਕਾਰ ਨੇ ਮਜਬੂਰੀ ਵਸ ਰਾਜਜੀਤ ਸਿੰਘ ਨੂੰ ਬਦਲਿਆ। ਔਰ ਇਹ ਹੈਰਾਨੀ ਦੀ ਗੱਲ ਹੈ ਕਿ ਜਿਹੜੇ ਨਵੇਂ ਮਹਾਂਪੁਰਸ਼ ਲਾਏ ਉੱਥੇ, ਹਾਂਜੀ, ਉਹ ਟੈਂਟਡ, ਉਹ ਦਾਗੀ। ਤੇ ਮੈਂ ਕੱਲ ਕਿਸੇ ਚੈਨਲ ਤੇ ਕਾਂਗਰਸ ਦੇ ਬੁਲਾਰੇ ਰਾਜਕੁਮਾਰ ਵੇਰਕਾ ਜੀ ਦੇ ਨਾਲ ਸੀ। ਐਂਕਰ ਨੇ ਸਵਾਲ ਕੀਤਾ ਕਿ ਤੁਸੀਂ ਜਦੋਂ ਇੱਕ ਐਸਐਸਪੀ ਨੂੰ ਬਦਲਿਆ, ਦੂਜੇ ਨੂੰ ਲਾ ਰਹੇ ਜੇ, ਵਿਵਾਦਤ ਬਦਲ ਰਹੇ ਜੇ, ਰੌਲਾ ਪੈ ਰਿਹਾ ਉਹਦੇ ਵਿਰੁੱਧ, ਉਹਦੀ ਥਾਂ ਤੇ ਤੁਸੀਂ ਲਾ ਰਹੇ ਜੇ, ਤੇ ਤੁਹਾਨੂੰ ਇਹ ਨਹੀਂ ਪਤਾ ਲੱਗਾ ਵੀ ਅਸੀਂ ਕਿਹੋ ਜਿਹਾ ਬੰਦਾ ਲਾ ਰਹੇ ਹਾਂ? ਕਹਿੰਦਾ ਜੀ ਸਾਨੂੰ ਫੀਡਬੈਕ ਸਹੀ ਨਹੀਂ ਮਿਲੀ। ਤੇ ਜੇ ਹੁਣ ਇਹਨਾਂ ਨੂੰ ਫੀਡਬੈਕ ਦੇਣ ਵਾਲੇ ਵੀ ਸਹੀ ਨਹੀਂ, ਇਹ ਆਪ ਕੰਮ ਸਹੀ ਨਹੀਂ ਕਰ ਰਹੇ, ਤੇ ਸਰਕਾਰ ਫਿਰ ਇਸ ਤਰ੍ਹਾਂ ਕਿੰਤੂ ਪਰੰਤੂ ਤੇ ਉੱਠਣਗੇ। ਫਿਰ ਸਵਾਲ ਤੇ ਉੱਠਣਗੇ ਕਿ ਸਰਕਾਰ ਕਰ ਕੀ ਰਹੀ ਹੈ? ਏਡੀ ਵੱਡੀ ਪੋਸਟ ਜਿਹਨੇ ਜ਼ਿਲ੍ਹਾ ਚਲਾਉਣਾ ਆ, ਜਿਹਨੇ ਲਾ ਐਂਡ ਆਰਡਰ ਮੇਨਟੇਨ ਕਰਨਾ ਆ, ਜਿਹਨੇ ਲੋਕਾਂ ਨੂੰ ਇਨਸਾਫ ਦੇਣਾ ਆ, ਤੇ ਜੇ ਉਹ ਐਸਐਸਪੀ ਸਰਕਾਰ ਆਰਡਰ ਕਰ ਰਹੀ ਹੈ ਤੇ ਉਹਨੂੰ ਇਹ ਨਹੀਂ ਪਤਾ ਕਿ ਜਿਸ ਅਸੀਂ ਐਸਐਸਪੀ ਲਾ ਰਹੇ ਆ ਉਹਦਾ ਕਰੈਕਟਰ ਰੋਲ ਕਿਸ ਤਰ੍ਹਾਂ ਦਾ ਆ, ਹਾਂਜੀ, ਉਹਦੀ ਪਿਛਲੀ ਸਰਵਿਸ ਕਿਸ ਤਰ੍ਹਾਂ ਦੀ ਹੈ। ਠੀਕ ਹੈ, ਮੈਂ ਵਲਟੋਆ ਸਾਹਿਬ ਆਵਾਂਗਾ ਵਾਪਸ ਕੰਮਾਂ ਜੋ ਦਾਗੀ ਹੈ, ਫਿਰ ਮੈਂ ਰਿਐਕਸ਼ਨ ਸਾਰਿਆਂ ਦੇ ਲੈ ਲਵਾਂ, ਫਿਰ ਆਂਦਾ ਮੈਂ ਤੁਹਾਡੇ ਕੋਲ। ਕੰਗ ਸਾਹਿਬ ਸਵਾਲ ਇਹ ਖੜਾ ਹੁੰਦਾ ਹੈ ਕਿ ਪੁਲਿਸ ਤੰਤਰ ਠੀਕ ਕਿਵੇਂ ਹੋਵੇ? ਪਹਿਲਾਂ ਜਿਹੜੇ ਐਸਐਸਪੀ ਮੋਗੇ ਦੇ ਸੀਗੇ, ਉਹ ਰਾਜਜੀਤ ਸਿੰਘ, ਉਹ ਵਿਵਾਦਾਂ ਦੇ ਚਾਹੇ ਉਹਨਾਂ ਨੂੰ ਉਥੋਂ ਜਾਣਾ ਪਿਆ। ਦੁਬਾਰਾ ਜਦੋਂ ਨਿਯੁਕਤੀ ਢਿੱਲੋਂ ਸਾਹਿਬ ਦੀ ਹੋਈ, ਉਹ ਵਿਵਾਦਾਂ ਚਾਹੇ ਉਹਨਾਂ ਨੂੰ ਜਾਣਾ ਪਿਆ। ਹੁਣ ਤੂਰ ਸਾਹਿਬ ਤੇ ਵੀ ਕੁਝ ਤਰ੍ਹਾਂ ਇਲਜ਼ਾਮ ਲਾ ਰਹੀਆਂ ਨੇ, ਜਿਹਦੇ ਮੁਤਾਬਕ ਇਹ ਕਿਹਾ ਜਾ ਰਿਹਾ ਕਿ ਜਦੋਂ ਪਠਾਨਕੋਟ ਸੀਗੇ ਤਾਂ ਵੀ ਉਹ ਵਿਵਾਦਾਂ ਦੇ ਵਿੱਚ ਰਹੇ, ਹੁਣ ਤੀਜੇ ਐਸਐਸਪੀ ਵਿਵਾਦਾਂ ਦੇ ਵਿੱਚ। ਅਜੇ ਇਹਦੇ ਵਿੱਚ ਸਰਕਾਰ ਕਰੇਗੀ। ਹੁਣ ਜਿਸ ਤਰ੍ਹਾਂ ਰਠੌੜ ਸਾਹਿਬ ਨੇ ਕਿਹਾ ਕਿ ਐਸਐਸਪੀ ਆਈਪੀਐਸ ਅਫਸਰ ਤੋਂ ਉਨੇ ਹੀ ਨੇ, ਉਹੀ ਬਸ ਘੁਮਾਣੇ ਫਿਰਾਣੇ ਨੇ। ਜੇਕਰ ਜੇ ਇਹ ਸਾਰੇ ਹੀ ਹੋਣ ਲੱਗੇ ਤਾਂ ਫਿਰ ਮਹਿਕਮਾ ਚੱਲੇਗਾ ਕਿਵੇਂ? ਦੇਖੋ ਹਰਪ੍ਰੀਤ ਜੀ, ਜਿਸ ਤਰੀਕੇ ਨਾਲ ਨਾ ਲਗਾਤਾਰ ਪਿਛਲੇ ਦਿਨਾਂ 'ਚ ਨੌਜਵਾਨਾਂ ਦੀਆਂ ਮੌਤਾਂ ਹੋਈਆਂ, ਉਹ ਰੋਜ਼ਾਨਾ ਹੋਈਆਂ ਔਰ ਬੜੇ ਵੱਡੀ ਤਾਦਾਦ ਤੇ ਹੋਈਆਂ, ਮੰਦਭਾਗੀਆਂ ਹੋਈਆਂ, ਸਰਕਾਰ ਕਿਤੇ ਨਾ ਕਿਤੇ ਕਨਫਿਊਜ਼ ਲੱਗੀ। ਔਰ ਖਾਸ ਕਰ ਸੀਐਮ ਸਾਹਿਬ, ਉਹਦੇ ਪਿੱਛੇ ਗੱਲ ਇਹ ਆ ਵੀ ਪਹਿਲਾਂ ਤੇ ਸਾਲ ਇਹਨਾਂ ਨੇ ਇਸ ਮਸਲੇ ਤੇ ਸੰਜੀਦਾ ਹੀ ਨਹੀਂ ਹੋਏ। ਇਹਨਾਂ ਨੇ ਸੋਚਿਆ ਵੀ ਸਰਕਾਰ ਬਣ ਗਈ ਆ ਤੇ ਅਸੀਂ ਮੋਰਚਾ ਜਿਹੜਾ ਕਿਲਾ ਫਤਿਹ ਕਰ ਲਿਆ ਹੈ, ਵੀ ਹੁਣ ਸਾਡੀ ਕੋਈ ਜ਼ਿੰਮੇਵਾਰੀ ਨਹੀਂ। ਲੇਕਿਨ ਜੋ 20 ਜੂਨ ਤੋਂ ਬਾਅਦ ਸਿਲਸਿਲਾ ਸ਼ੁਰੂ ਹੋਇਆ, ਔਰ ਜਦੋਂ ਰਠੌਰ ਸਾਹਿਬ ਨੂੰ ਮੈਂ ਦਰੁਸਤ ਕਰਦਾ ਵੀ 3 ਐਸਐਸਪੀ ਬਦਲੇ, ਮੋਗੇ ਦੇ ਐਸਐਸਪੀ ਆਫਿਸ ਨੇ ਇੱਕ ਹਫ਼ਤੇ 3 ਐਸਐਸਪੀ ਵੇਖ ਲਿਆ। ਇਸ 'ਚ ਕਨਫਿਊਜ਼ਨ ਪੈਦਾ ਨਾ ਕਰੋ, ਨੰਬਰ 1। ਨੰਬਰ 2, ਹਰਪ੍ਰੀਤ ਜੀ, ਕਿਤੇ ਨਾ ਕਿਤੇ ਪੁਲਿਸ ਦਾ ਰਾਜਨੀਤੀਕਰਨ ਪੂਰੀ ਤਰ੍ਹਾਂ ਹੋਇਆ ਪਿਆ। ਸਰਕਾਰ ਇਸ ਮੁੱਦੇ ਤੇ ਬਿਲਕੁਲ ਗੰਭੀਰ ਨਹੀਂ ਹੈਗੀ, ਔਰ ਪੋਲੀਟੀਕਲ ਜਿਹੜੇ ਕਾਂਗਰਸ ਦੇ ਲੀਡਰ ਹੈ ਉਹਨਾਂ ਨੇ ਤਾਂ ਜੇਬ 'ਚ ਪਾਏ ਹੋਏ ਆ ਕਈ ਪੁਲਿਸ ਅਫਸਰ। ਉਹਦਾ ਖਮਿਆਜਾ ਪੰਜਾਬ ਦੀ ਜਨਤਾ ਭੁਗਤ ਰਹੀ ਹੈ। ਪਹਿਲਾਂ ਵੀ ਦੇਖੋ, ਇੱਕ ਪੰਜਾਬ ਪੁਲਿਸ 'ਚ ਕੁਝ ਅਫਸਰਾਂ ਨੂੰ ਬਿਮਾਰੀਆਂ ਵੀ ਪੁਰਾਣੀਆਂ ਲੱਗੀਆਂ ਹੋਈਆਂ ਟੈਰਰਿਜ਼ਮ ਵੇਲੇ ਦੀਆਂ, ਜਿਹੜੇ ਪ੍ਰਮੋਟ ਹੋਏ ਆ ਉਹਨਾਂ ਨੂੰ ਚੈੱਕ ਕਰਨ ਦੀ ਲੋੜ। ਉਹਨਾਂ ਨੂੰ ਉਹੀ ਆਦਤਾਂ ਪਈਆਂ ਹੋਈਆਂ, ਈਜ਼ੀ ਮਨੀ ਸੈਟਿੰਗ, ਰਾਜਨੀਤਿਕ ਸੈਟਿੰਗ। ਔਰ ਕੀ ਇਹ ਕਹਿ ਰਹੇ ਵੀ ਆਈਪੀਐਸ ਸਾਡੇ ਕੋਲ ਘੁਮਾ ਫਿਰ 22 ਜ਼ਿਲ੍ਹੇ ਆ, ਕਿਆ 22 ਸਾਡੇ ਕੋਲ ਕਾਬਲ ਅਫਸਰ ਨਹੀਂ ਹੈਗੇ ਪੰਜਾਬ 'ਚ? ਮੈਂ ਇਸ ਗੱਲ ਤੋਂ ਸਹਿਮਤ ਨਹੀਂ ਆ। ਮੈਂ ਪੰਜਾਬ 'ਚ ਬਹੁਤ ਕਾਬਲ ਅਫਸਰ ਹੈ। ਮੈਨੂੰ ਲੱਗਦਾ ਕਿਤੇ ਨਾ ਕਿਤੇ ਰਾਜਨੀਤੀਕਰਨ ਹੋ ਰਿਹਾ ਹੈ, ਔਰ ਸਿਫਾਰਿਸ਼ਬਾਜੀ, ਜਗਾੜਬਾਜੀ, ਜਿਸ ਤਰ੍ਹਾਂ ਸੰਘਾ ਸਾਹਿਬ ਨੇ ਕਿਹਾ, ਅਖਬਾਰਾਂ ਵੀ ਲਿਖਣ ਲੱਗ ਗਈਆਂ। ਉਸ ਕਰਕੇ ਮੈਰੀਟੋਰੀਅਸ ਅਫਸਰਾਂ ਨੂੰ ਮੌਕਾ ਨਹੀਂ ਦਿੱਤਾ ਜਾ ਰਿਹਾ, ਇਸ ਕਰਕੇ ਸਰਕਾਰ ਦਾ ਫੇਲਰ ਸਾਹਮਣੇ ਆ ਰਿਹਾ। ਠੀਕ ਹੈ ਬਰਾੜ ਸਾਹਿਬ, ਤੁਹਾਨੂੰ ਲੱਗਦਾ ਹੈ ਕਿ ਜਿਹੜੀ ਇਹ ਐਸਆਈਟੀ ਦੀ ਅੰਦਰੂਨੀ ਜੰਗ ਹੈ, ਇਹਦੇ ਹੀ ਨਤੀਜੇ ਰਹਿ ਕੇ ਸਾਹਮਣੇ ਆ ਰਹੇ ਨੇ? ਦੇਖੋ ਜੀ, ਜਿਹੜੀ ਜਿੱਥੋਂ ਤੱਕ ਪੰਜਾਬ ਦੀ ਪੁਲਿਸ ਦਾ ਸਵਾਲ ਹੈ ਜਾਂ ਜੋ ਸਿਸਟਮ ਚੱਲ ਰਿਹਾ, ਸੱਚ ਪੁੱਛੋ ਤਾਂ ਸਿਸਟਮ ਸਾਰਾ ਖਤਮ ਹੋ ਚੁੱਕਿਆ ਹੈ, ਬਰਬਾਦ ਹੋ ਚੁੱਕਿਆ। ਇਹਦੇ 'ਚ ਸਿਆਸਤਦਾਨਾਂ ਦਾ ਤੇ ਪੁਲਿਸ ਦਾ ਨੈਕਸਸ ਹੈ। ਤੁਸੀਂ ਇਕੱਲੇ ਪੁਲਿਸ ਵਾਲਿਆਂ ਨੂੰ ਵੀ ਦੋਸ਼ੀ ਨਹੀਂ ਦੇ ਸਕਦੇ। ਡੀਜੀਪੀ ਨੇ ਵੀ ਪਿਛਲੇ ਦਿਨੀ ਮੀਟਿੰਗਸ ਵੀ ਕੈਬਨਿਟ ਦੇ ਵਿੱਚ ਵੀ ਕਿਹਾ ਸੀ ਵੀ ਜਦੋਂ ਕੋਈ ਐਮਐਲਏ ਦੇ ਕਹਿਣ ਤੇ ਐਸਐਚਓ ਤੇ ਡੀਐਸਪੀ ਲੱਗਣੇ ਆ, ਉਹਨਾਂ ਤੇ ਪੁਲਿਸ ਦਾ ਡੀਜੀਪੀ ਜਾਂ ਕੋਈ ਕਾਰਵਾਈ ਨਹੀਂ ਕਰ ਸਕਦਾ, ਉਹਨਾਂ ਨੂੰ ਬਦਲ ਨਹੀਂ ਸਕਦਾ, ਤੇ ਫਿਰ ਉਹਨਾਂ ਤੋਂ ਤੁਸੀਂ ਇਨਸਾਫ ਕੀ ਲੱਭਦੇ ਕਰੋਗੇ? ਕੀ ਉਹ ਤੁਸੀਂ ਵੱਡੇ ਪੁਲਿਸ ਦੇ ਅਫਸਰਾਂ ਤੋਂ ਕਹਿ ਸਕਦੇ ਆ? ਬਾਕੀ ਰਹੀ ਗੱਲ ਜਿੱਥੋਂ ਤੱਕ ਪੁਲਿਸ ਨੂੰ ਵਰਤਣ ਦੀ, ਕੋਈ ਵੀ ਸਿਆਸੀ ਪਾਰਟੀ ਹੈ, ਸਾਰੀਆਂ ਸਿਆਸੀ ਪਾਰਟੀਆਂ ਇਹਨਾਂ ਨੂੰ ਵਰਤਦੀਆਂ ਰਹੀਆਂ ਔਰ ਵਰਤਦੀਆਂ, ਔਰ ਇਸੇ ਕਰਕੇ ਸਿਸਟਮ ਇੰਨਾ ਖਰਾਬ ਹੋ ਚੁੱਕਿਆ। ਕੋਈ ਪੁਲਿਸ ਅਫਸਰ ਉਹ ਇਸੇ ਕਰਕੇ ਨਹੀਂ ਡਰਦੇ ਜਿਹੜੇ ਸੀਨੀਅਰ ਹੈ ਕਿ ਠੀਕ ਆ, ਕੱਲ ਅਸੀਂ ਉਹਨਾਂ ਦੇ ਕਹਿਣ ਲਈ ਕਰਦੇ ਸਾਂ, ਅੱਜ ਤੁਹਾਡੇ ਲਈ ਕਰਦੇ ਆ। ਈਵਨ ਇੱਕ ਸੀਨੀਅਰ ਅਫਸਰ ਨੇ, ਕਿਸੇ ਪੱਤਰਕਾਰ ਨੇ ਉਹਨੂੰ ਪੁੱਛਿਆ ਸੀ ਵੀ ਹੁਣ ਬਦਲ ਗਿਆ, ਤੁਹਾਡਾ ਕੀ ਬਣੂਗਾ, ਕਿਸ ਤਰ੍ਹਾਂ ਹੋਵੇ? ਕਹਿੰਦਾ ਫਿਰ ਕੀ ਆ, ਕੱਲ ਉਹਨਾਂ ਦਾ ਕਰਦੇ ਸਾਂ, ਅੱਜ ਇਹਨਾਂ ਦਾ ਕਰ ਦਿਆਂਗੇ।
ਕਹਿੰਦਾ ਸਾਡਾ ਤਾਂ ਇਹ ਡਿਊਟੀ ਹੈ। ਨਹੀਂ, ਪਰ ਗੱਲ ਇਹ ਹੈ ਬਰਾੜ ਸਾਹਿਬ ਕਿ ਹੁਣ ਜਿਹੜੀ ਇਹ ਕਸ਼ਮਕਸ਼ ਚੱਲ ਰਹੀ ਹੈ ਪੁਲਿਸ ਮੁਲਾਜ਼ਮਾਂ ਦੀ, ਐਸਐਸਪੀ ਦੀ, ਅਜਿਹੇ ਦੇ ਵਿੱਚ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਉਹ ਜ਼ਰੂਰ ਪੁਲਿਸ ਦੇ ਪ੍ਰਤੀ ਡਗਮਗਾਉਂਦਾ। ਉਸ ਵਿਸ਼ਵਾਸ ਨੂੰ ਕਿਵੇਂ ਬਹਾਲ ਕੀਤਾ ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਜ਼ਰੂਰ ਹੁੰਦਾ ਰਹੇਗਾ, ਐਸਐਸਪੀ ਬਦਲ ਗਿਆ, ਉਹ ਆ ਗਿਆ, ਸਰਕਾਰ ਆ ਗਈ, ਲੋਕਾਂ ਦਾ ਕੀ ਬਣੇਗਾ? ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਇਹ ਪਹਿਲੀ ਵਾਰ ਮੈਂ ਵੇਖ ਰਿਹਾ, ਮੈਂ ਵੀ ਬੜੇ ਲੰਮੇ ਸਮੇਂ ਬਾਅਦ ਪੁਲਿਸ ਅਫਸਰਾਂ ਦੇ ਵਿਵਾਦ ਆਪਸ ਵਿੱਚ ਹੁੰਦੇ ਸੀ, ਲੇਕਿਨ ਇਹ ਨਹੀਂ ਵੀ ਕੋਰਟਾਂ ਤੱਕ ਸਿੱਧੇ ਔਰ ਇਹਨੇ ਖੁੱਲ ਕੇ ਜਨਤਕ, ਉਹ ਵੀ ਜਨਤਕ ਤੌਰ ਤੇ ਖੁੱਲ ਕੇ ਮੀਡੀਆ 'ਚ। ਹੁਣ ਜਿਹੜਾ ਦੋਨਾਂ ਤਰ੍ਹਾਂ ਦੋ ਸੀਨੀਅਰ ਅਫਸਰ ਐਡੇ ਡੀਜੀਪੀ ਤੋਂ ਉੱਪਰ ਕੀ ਹੁੰਦਾ, ਔਰ ਉਹਦਾ ਸੱਚ ਹੀ ਉਹੀ ਹੈ ਕਿ ਥੱਲੇ ਵਾਲੇ ਅਫਸਰ ਜਿਹੜੇ ਉਹ ਵੀ ਬੜੇ ਪਰੇਸ਼ਾਨ ਹੋ ਰਹੇ ਆ ਕਿ ਉਹ ਇੱਕ ਡੀਜੀਪੀ ਦਾ ਦੂਜਾ ਸ਼ਿਕਾਰ ਹੁੰਦਾ, ਦੂਜੇ ਦਾ ਤੀਜਾ ਸ਼ਿਕਾਰ ਹੋ ਰਿਹਾ। ਉਹ ਹੁਣ ਧੜੇਬੰਦੀ ਇਸ ਕਿਸਮ ਦੀ ਹੋ ਗਈ ਹੈ। ਸ਼ਾਇਦ ਆ ਵੀ ਇਸ਼ੂ ਇੰਨਾ ਨਾ ਫਲੇਅਰ ਅਪ ਹੁੰਦਾ, ਉਹ ਵੀ ਫਰਕ ਮੈਂ ਤੁਹਾਨੂੰ ਦੱਸ ਦਿਆਂ, ਜੇ ਡੀਜੀਪੀ ਦੀਆਂ ਆਪਸ ਵਿੱਚ ਉੱਪਰ ਲੜਾਈ ਨਾ ਹੁੰਦੀ ਤਾਂ ਸ਼ਾਇਦ ਸੈਟਲਮੈਂਟ ਥੱਲੇ ਹੋ ਜਾਣੀ ਸੀ। ਤੇ ਇਹ ਜ਼ਿਆਦਾ ਖੁੱਲ ਕੇ ਇਸੇ ਕਰਾਂ। ਹੁਣ ਜੋ ਮੈਨੂੰ ਜਾਣਕਾਰੀ ਹੈ, ਜਿੱਥੋਂ ਤੱਕ ਫਿਰਦੇ ਰਹੀਦਾ, ਮਿਲਦੇ ਗਲਦੇ ਰਹੀਦਾ, ਜਿਹੜੇ ਆ ਡਰੱਗ ਦੇ ਇਸ਼ੂ ਹੈ ਜਾਂ ਕੁਛ ਹੈ, ਜਿਹੜੀ ਸਿੱਟ ਬਣਾਈ ਆ ਨਾ, ਉਹਨੂੰ ਪੁਲਿਸ ਪੂਰੀ ਉਹਨਾਂ ਨੂੰ ਇਨਫੋਰਮੇਸ਼ਨ ਨਹੀਂ ਦਿੰਦੀ ਸਿੱਟ ਨੂੰ। ਜੇ ਕੋਈ ਫੜਦੇ ਕਰਦੇ ਆ ਤਾਂ ਉਹ ਆਪਣੇ ਹਿਸਾਬ ਨਾਲ ਫੜਦੇ, ਇੱਕ ਦੂਜੇ ਨੂੰ ਮਿਲਵਰਤਨ ਵੀ ਨਹੀਂ ਮਿਲ ਰਿਹਾ। ਇਸੇ ਕਰਕੇ ਜ਼ਿਆਦਾ ਜਿਹੜਾ ਸਿਸਟਮ ਜਿਹੜਾ ਨਾ ਜ਼ਿਆਦਾ ਖਰਾਬ ਹੋ ਰਿਹਾ। ਠੀਕ ਹੈ, ਇਹਦਾ ਕਾਰਨ ਰਠੌੜ ਸਾਹਿਬ ਇੱਕ ਸਵਾਲ ਹੈ ਜਿਹੜਾ ਵਲਟੋਆ ਸਾਹਿਬ ਨੇ ਵੀ ਪੁੱਛਿਆ ਕਿ ਹੁਣੇ ਦਲਜੀਤ ਢਿੱਲੋਂ ਤੇ ਕਾਰਵਾਈ ਹੋਈ ਡੀਐਸਪੀ ਤੇ, ਉਸ ਤੋਂ ਬਾਅਦ ਸ਼ਿਕੰਜਾ ਰਾਜਜੀਤ ਤੇ ਕੱਸਿਆ ਗਿਆ। ਰਾਜਜੀਤ ਤੇ ਜੋ ਇਲਜ਼ਾਮ ਲੱਗੇ ਨੇ ਐਸਐਸਪੀ ਤੇ, ਉਹ ਕਾਫੀ ਲੰਬੇ ਸਮੇਂ ਤੋਂ ਲੱਗਦੇ ਆ ਰਹੇ ਨੇ, ਪਰ ਉਦੋਂ ਤੇ ਨਾ ਤਾਂ ਕੋਈ ਕਾਰਵਾਈ ਕੀਤੀ ਗਈ। ਹੁਣ ਲੁਕਆਊਟ ਨੋਟਿਸ ਜਾਰੀ ਵੀ ਕਰ ਦਿੱਤਾ ਗਿਆ। ਅਜਿਹਾ ਕਿਉਂ? ਰਾਜਜੀਤ ਦੇ ਪ੍ਰਤੀ ਢਿੱਲਾ ਰਵੱਈਆ ਸਰਕਾਰ ਦਾ ਕਿਉਂ ਰਿਹਾ? ਦੇਖੋ, ਇਹੋ ਜਿਹਾ ਕੋਈ ਢਿੱਲਾ ਰਵੱਈਆ ਨਹੀਂ ਰਿਹਾ। ਇਹ ਜਿਹੜਾ ਮਸਲਾ ਹੈ, ਵੈਸੇ ਪਰ ਇਹ ਮਸਲਾ ਤਾਂ ਕਾਫੀ ਕੋਰਟ ਦੇ ਅੰਦਰ ਹੈ ਸਿਸਟਮ, ਔਰ ਕੋਰਟ ਜੁਡੀਕਸ਼ਨ ਦੇ ਅੰਦਰ ਹੈ, ਉਹ ਉਸ ਹਿਸਾਬ ਨਾਲ ਹੀ ਕਾਰਵਾਈ ਚੱਲੇਗੀ। ਔਰ ਜਿਹੜੀ ਬਲਟੋਆ ਸਾਹਿਬ ਨੇ ਗੱਲ ਕੀਤੀ ਹੈ ਕਿ ਜੀ ਹਲਕਾ ਇੰਚਾਰਜ, ਪਹਿਲੀ ਗੱਲ ਤਾਂ ਸਾਡੇ ਜਿਹੜਾ ਸਿਸਟਮ ਹੈ ਹਲਕਾ ਇੰਚਾਰਜ ਦਾ ਬਿਲਕੁਲ ਖਤਮ ਕਰ ਦਿੱਤਾ ਗਿਆ, ਔਰ ਨਾ ਸਾਡੇ ਇਹੋ ਜਿਹਾ ਕੋਈ ਸਿਸਟਮ ਹੈ ਕਿ ਹਲਕਾ ਇੰਚਾਰਜ ਦੇ ਕਹਿਣ ਤੇ ਐਸਐਚਓ ਲੱਗ ਰਿਹਾ ਹੈ, ਡੀਐਸਪੀ ਲੱਗਦਾ ਹੈ। ਆਪਾਂ ਬਿਲਕੁਲ ਸਾਫ ਸੁਥਰਾ ਪ੍ਰਸ਼ਾਸਨ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ। ਔਰ ਜਿਹੜੀ ਗੱਲ ਕੰਗ ਸਾਹਿਬ ਕਹਿ ਰਹੇ ਹੈ ਕਿ ਦਾਗੀ ਅਫਸਰ, ਤੁਸੀਂ, ਮੈਂ ਹੁਣ ਕਹਿਣਾ ਨਹੀਂ ਚਾਹੁੰਦਾ, ਤੁਹਾਡੇ ਸਮੇਂ ਦੇ ਅੰਦਰ ਤੁਸੀਂ ਤਾਂ ਡੀਜੀਪੀ ਸਾਹਿਬ ਜਿਹਨਾਂ ਤੇ ਉਂਗਲੀਆਂ ਉੱਠੀ, ਤੁਸੀਂ ਉਹਨਾਂ ਨੂੰ ਵੀ ਰੱਖਿਆ ਅੱਤਵਾਦ ਦੇ ਟਾਈਮ। ਮੈਂ ਤੁਹਾਨੂੰ ਦੱਸ ਰਿਹਾ। ਬਾਕੀ ਜਿਹੜੀ ਤੁਸੀਂ ਗੱਲ ਕਹਿੰਦੇ ਵੀ ਜਿਹੜੀ ਇਹ ਪੋਲਿਟਿਕਸ ਇਹਨਾਂ ਦੀ ਆਪਸ ਦੀ, ਡੀਜੀਪੀ ਪਿਛਲੀ ਸਰਕਾਰ ਦੇ ਵੇਲੇ ਦੀ ਗੱਲ ਹੈ, ਤੁਸੀਂ ਦੇਖ ਲਓ ਸ਼ਸ਼ੀਕਾਂਤ ਜੀ ਕੀ ਆਪਸ 'ਚ ਇਹਨਾਂ ਦਾ ਕਾਹ ਚੱਲਿਆ, ਕਦੀ ਚੱਕ ਲਿਆ, ਕਦੀ ਅਰੈਸਟ ਕਰ ਲਿਆ, ਕਦੀ ਆਪਸ 'ਚ ਹੋ ਗਏ। ਇਹ ਗੱਲ ਇਹ ਨਹੀਂ ਹੈ। ਗੱਲ ਇਹ ਹੈ ਕਿ ਅਗਰ ਕਿਸੇ ਪੁਲਿਸ ਅਫਸਰ ਤੇ, ਉਹ ਲੋਕਾਂ ਦਾ ਸੇਵਕ ਹੈ, ਉਂਗਲੀ ਉੱਠਦੀ ਹੈ, ਤਾਂ ਸਰਕਾਰ ਦਾ ਫਰਜ਼ ਬਣਦਾ ਹੈ ਕਿ ਸਰਕਾਰ ਉਸ ਅਫਸਰ ਨੂੰ ਸਾਈਡ ਕਰੇ ਔਰ ਨਵੇਂ ਅਫਸਰ ਨੂੰ ਲਾਵੇ। ਔਰ ਦੂਜੀ ਗੱਲ, ਅਗਰ ਤੁਸੀਂ ਕਹੋ ਜੀ ਪੁਲਿਸ ਪ੍ਰਸ਼ਾਸਨ ਕੰਮ ਨਹੀਂ ਕਰ ਰਿਹਾ, ਪਿਛਲੇ 1-1.25 ਸਾਲ ਤੋਂ ਤੁਸੀਂ ਦੇਖੋ ਕਿੰਨੇ ਗੈਂਗਸਟਰ ਫੜੇ ਗਏ ਆ, ਕਿੰਨੇ ਐਨਕਾਊਂਟਰ ਹੋਏ ਆ, ਔਰ ਕ੍ਰਾਈਮ 'ਚ ਕਿੰਨਾ ਘਾਟਾ ਹੋਇਆ, ਇਹ ਤੁਸੀਂ ਦੇਖੋ ਆਪ। ਔਰ ਦੂਜੀ ਆਪਾਂ ਬਾਰ-ਬਾਰ ਇੱਕ ਗੱਲ ਕਹਿੰਦੇ ਆ ਕਹ ਰਹੇ ਵੀ ਰਠੌੜ ਸਾਹਿਬ ਤੁਸੀਂ ਵੇਖ ਕੇ ਨਹੀਂ ਆਏ ਹੋ ਤਾਜ਼ਾ, ਨਹੀਂ ਇਹ ਕੋਈ ਦੇਖੋ, ਚਲੋ ਮੈਂ ਕਹਿੰਦਾ ਆંકੜੇ ਤੁਹਾਡੇ ਸਾਹਮਣੇ ਵੀ ਮਿਲਿਆ। ਦੇਖੋ ਜੋ ਇਹ ਸਿਸਟਮ ਪਿਛਲੀ ਵਾਰ ਨਾਲੋਂ ਵਧਿਆ ਕ੍ਰਾਈਮ ਦੇ ਰੇਟ ਦੇਖੋ ਪੰਜਾਬ ਦਾ। ਹੁਣ ਕੱਲ ਪਰਸੋਂ ਆਪਾਂ ਗੱਲ ਕਰ ਰਹੇ ਸੀ ਕਨਵਿਕਸ਼ਨ ਰੇਟ ਘਟੀ ਹੈ ਜੀ, ਉਹ ਕ੍ਰਾਈਮ 'ਚ ਘਟੀ ਹੈ, ਤਾਂ ਹੀ ਤਾਂ ਕਨਵਿਕਸ਼ਨ ਰੇਟ ਘਟੀ ਹੈ, ਕ੍ਰਾਈਮ ਘਟਿਆ। ਤੁਸੀਂ ਕਿੱਦਾਂ ਕਹਿ ਸਕਦੇ ਹੋ ਇਸ ਚੀਜ਼ ਨੂੰ? ਮੈਨੂੰ ਇਹ ਦੱਸੋ ਪਿਛਲੇ 10 ਸਾਲ ਦੇ ਅੰਦਰ ਕਿਹੜਾ ਗੈਂਗਸਟਰ ਫੜਿਆ ਗਿਆ, ਕਿਹੜਾ ਮਾਰਿਆ ਗਿਆ, ਕਿਹੜੇ ਨਸ਼ੇ ਵਾਲਿਆਂ ਦੇ ਉੱਤੇ ਕਾਰਵਾਈ ਹੋਈ ਹੈ? ਚਲੋ ਇਹਦਾ ਜਵਾਬ ਆਪਾਂ ਵਲਟੋਆ ਸਾਹਿਬ ਤੋਂ ਲੈ ਲੈ। ਹਾਂਜੀ ਵਲਟੋਆ ਸਾਹਿਬ, ਹੁਣ ਗੱਲ ਇਹ ਹੈ ਕਿ ਕੰਪੈਰੀਜ਼ਨ ਪਤਾ ਨਹੀਂ ਕਿਉਂ ਹਰ ਵਾਰ ਹੋ ਜਾਂਦਾ ਹੈ। ਜਦੋਂ ਤੁਹਾਡੇ ਤੋਂ ਸਵਾਲ ਪੁੱਛਦਾ ਤੁਸੀਂ 1.25 ਸਾਲ ਗਣਾਉਣ ਲੱਗ ਜਾਂਦੇ ਹੋ, ਇਹਨਾਂ ਤੋਂ ਸਵਾਲ ਪੁੱਛਦੇ ਆ 10 ਸਾਲ ਗਣਾਉਣ ਲੱਗ ਜਾਂਦੇ ਨੇ। ਹਰਪ੍ਰੀਤ ਜੀ, ਸਰਕਾਰ ਇੰਨੀ ਕੁ ਵਿਜੀਲੈਂਸ ਇਹਦੇ ਕੋਲ ਹੈਗੀ ਹੈ, ਜਾਂ ਸਰਕਾਰ ਇੰਨੀ ਕੁ ਸੁਚੇਤ ਹੈ ਕਿ ਇਹਨਾਂ ਦਾ ਜਿਹੜਾ ਵਿਵਾਦਤ ਐਸਐਸਪੀ ਹੈ ਉਹਦੇ ਬਾਰੇ ਲੁੱਕਆਊਟ ਨੋਟਿਸ ਜਾਰੀ ਕਰ ਰਹੇ, ਤੇ ਉਹ ਕਹਿੰਦਾ ਮੈਂ ਤਾਂ ਅੰਮ੍ਰਿਤਸਰ ਬੈਠਾ ਹਾਂ। ਐਸਐਸਪੀ ਔਨ ਗਰਾਊਂਡ ਹੈ ਤੇ ਇਹ ਲੁੱਕਆਊਟ ਨੋਟਿਸ ਜਾਰੀ ਕਰ ਰਹੇ ਨੇ। ਐਸਐਸਪੀ ਦਾਗੀ ਹੈ, ਇਨਵੈਸਟੀਗੇਸ਼ਨ ਦੇ ਵਿੱਚ ਆਇਆ ਹੈ, ਅਕਿਊਜ਼ ਬਣਿਆ ਹੈ, ਸਾਲ ਤੋਂ ਬਾਅਦ ਐਸਐਸਪੀ ਸ਼ਿਪ ਕਰ ਜਾਂਦਾ ਹੈ। ਸਰਕਾਰ ਨੂੰ ਖੁਦ ਸਮਝ ਨਹੀਂ ਲੱਗ ਰਹੀ ਸਰਕਾਰ ਚਲਾਉਣੀ ਕਿਵੇਂ ਹੈ, ਲੋਕਾਂ ਨੂੰ ਇਨਸਾਫ ਕਿਵੇਂ ਦੇਣਾ ਹੈ, ਲੋਕਾਂ ਨੂੰ ਜਿਹੜੀ ਸਰਕਾਰ ਦੀਆਂ ਜਿਹੜੀ ਜ਼ਿੰਮੇਵਾਰੀਆਂ ਬਣਦੀਆਂ ਨੇ ਲੋਕਾਂ ਪ੍ਰਤੀ ਉਹ ਨਿਭਾਉਣੀਆਂ ਕਿਵੇਂ। ਪਰ ਰਠੌੜ ਸਾਹਿਬ ਨੇ ਇੱਕ ਮਿੰਟ ਬਲਟੋਆ ਸਾਹਿਬ, ਜਿਹੜੀਆਂ ਰਠੌੜ ਸਾਹਿਬ ਨੇ 1.25 ਸਾਲ ਦੀਆਂ ਪ੍ਰਾਪਤੀਆਂ ਗਣੀਆਂ ਨੇ, ਉਹ ਪ੍ਰਾਪਤੀਆਂ ਤਾਂ ਤੁਹਾਡੀਆਂ ਸੀ ਨਹੀਂ। ਇਹ ਕਹਿੰਦੇ ਨੇ ਗੈਂਗਸਟਰ ਅਸੀਂ ਫੜੇ, ਕ੍ਰਾਈਮ ਰੇਟ ਸਾਡੇ ਵੇਲੇ ਘਟਿਆ, ਫਿਰ ਅਜਿਹੇ ਦੇ ਵਿੱਚ ਪੁਲਿਸ ਕੰਮ ਨਹੀਂ ਕਰ ਰਹੀ ਤਾਂ ਹੋਰ ਕੀ ਕਰ ਰਹੀ ਹੈ?
ਮੇਰਾ ਖਿਆਲ ਹੈ ਜੀ ਹਰਪ੍ਰੀਤ ਜੀ, ਤੁਸੀਂ ਕਿਸੇ ਦਿਨ ਡਿਬੇਟ ਕ੍ਰਾਈਮ ਦੇ ਅੰਕੜਿਆਂ ਤੇ ਰੱਖ ਲਓ, ਇਹ ਵੀ ਲੈ ਕੇ ਆਉਣ ਤੇ ਮੈਂ ਵੀ ਲੈ ਕੇ ਆਉਂ, ਤੇ ਮੇਰਾ ਖਿਆਲ ਕਿਸੇ ਨੂੰ ਵੀ ਅੱਜ ਪੰਜਾਬ ਦੇ ਕਿਸੇ ਨੂੰ ਵੀ ਪੁੱਛ ਲਓ ਜਿਹੜਾ ਮਾੜਾ ਮੋਟੀ ਸੋਝੀ ਰੱਖਦਾ ਹੈ ਕਿ ਪੰਜਾਬ ਦੇ ਵਿੱਚ ਹਾਲਾਤ ਕੀ ਨੇ, ਉਹਦਾ ਪਤਾ ਨਹੀਂ ਕਿੱਥੇ ਗੋਲੀ ਚੱਲ ਜਾਣੀ ਹੈ, ਕਿੰਨੇ ਗੋਲੀ ਮਾਰ ਦੇਣੀ ਹੈ, ਕਿੰਨੇ ਲੁੱਟ ਖੋਹ ਕਰ ਲੈਣੀ ਹੈ। ਇਹ ਹਾਲਾਤ ਬਣੇ ਪਏ ਨੇ। ਹਾਲਾਤ ਪਿਛਲੇ 10 ਸਾਲ 'ਚ ਬਣੇ ਸੀਗੇ ਜੀ। ਸੁਖਜਿੰਦਰ ਰੰਧਾਵਾ ਜਿਹੜੇ ਮੰਤਰੀ ਨੇ, ਉਹ ਮੰਤਰੀ ਬਣੇ ਤੇ ਉਹ ਕਹਿੰਦੇ ਮੈਨੂੰ ਜੇਲ੍ਹ 'ਚੋਂ ਵਧਾਈਆਂ ਆਈਆਂ, ਜੇਲ੍ਹ 'ਚੋਂ ਫੋਨ ਕੀਤੇ ਗਏ, ਤੇ ਹੁਣ ਕਹਿੰਦੇ ਕਿ ਜੇਲ੍ਹ 'ਚੋਂ ਮੈਨੂੰ ਧਮਕੀਆਂ ਆ ਰਹੀਆਂ ਨੇ, ਜੇਲ੍ਹ ਦੇ ਵਿੱਚੋਂ ਗੈਂਗਸਟਰ ਮੈਨੂੰ ਧਮਕੀਆਂ ਦੇ ਰਹੇ ਨੇ, ਮੁੱਖ ਮੰਤਰੀ ਨੂੰ ਧਮਕੀਆਂ ਦੇ ਰਹੇ ਨੇ। ਜੇ ਇਹ ਕਹਿੰਦੇ ਕਿ ਗੈਂਗਸਟਰਾਂ ਨੂੰ ਸਾਡਾ ਡਰ ਹੈ, ਤੇ ਗੈਂਗਸਟਰ ਤੇ ਇਹਨਾਂ ਨੂੰ ਜੇਲ੍ਹ ਦੇ ਵਿੱਚੋਂ ਬੈਠੇ ਧਮਕੀਆਂ ਦੇ ਰਹੇ ਨੇ। ਇੱਕ ਨਹੀਂ, ਕਈ ਸਾਡੇ ਸਾਹਮਣੇ ਕਿੱਸੇ ਆਏ ਨੇ ਜਿਹਦੇ ਵਿੱਚ ਗੈਂਗਸਟਰ ਨੇ ਜੇਲ੍ਹ ਦੇ ਵਿੱਚੋਂ ਬੈਠਿਆਂ ਧਮਕੀਆਂ ਦਿੱਤੀਆਂ ਨੇ। ਨਿੱਤ ਦੇ ਕਿੱਸੇ ਸਾਹਮਣੇ ਆ ਰਹੇ ਨੇ। ਔਰ ਸਾਡੇ ਟਾਈਮ ਜਿਹੜਾ ਆ, ਜੋ ਕੁਛ ਅਸੀਂ ਇਸ ਕ੍ਰਾਈਮ ਨੂੰ ਨੱਪਣ ਵਾਸਤੇ, ਕ੍ਰਾਈਮ ਨੂੰ ਖਤਮ ਕਰਨ ਵਾਸਤੇ ਜੋ ਕਰ ਸਕਦੇ ਸੀ, ਉਹ ਵੱਧ ਤੋਂ ਵੱਧ ਕੀਤਾ। ਇਹ 'ਚ ਕੁਦਰਤ ਨਹੀਂ, ਮੈਂ ਨਹੀਂ ਕਹਿੰਦਾ ਕਿ ਕੋਈ ਵੀ ਦੇਸ਼, ਕੋਈ ਵੀ ਸੂਬਾ, ਕੋਈ ਵੀ ਸਟੇਟ ਜਿਹੜੀ ਹੈ ਕ੍ਰਾਈਮ ਰਹਿਤ ਹੋ ਸਕਦੀ ਹੈ, ਪਰ ਸਰਕਾਰ ਦੀ ਨੀਅਤ ਹੋਣੀ ਚਾਹੀਦੀ ਹੈ। ਸਾਡੀ ਨੀਅਤ ਸੀਗੀ, ਅਸੀਂ ਲੋਕਾਂ ਨੂੰ ਲਾ ਐਂਡ ਆਰਡਰ ਦਿੱਤਾ, ਭਾਈਚਾਰਾ ਕਾਇਮ ਕੀਤਾ। ਇੱਥੇ ਕੀ ਹੈ? ਠੀਕ ਹੈ, ਬਲਟੋਆ ਸਾਹਿਬ ਮੈਨੂੰ ਬ੍ਰੇਕ ਲੈਣੀ ਪਏਗੀ, ਇੱਕ ਛੋਟੀ ਜੀ ਬ੍ਰੇਕ ਲੈ ਲਵਾਂ, ਬ੍ਰੇਕ ਤੋਂ ਬਾਅਦ ਚਰਚਾ ਜਾਰੀ ਰੱਖਾਂਗੇ। ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ, ਬ੍ਰੇਕ ਤੋਂ ਬਾਅਦ ਚਰਚਾ ਚੱਲਦੀ ਰਹੇਗੀ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਸਾਡੀ ਵਿਚਾਰ ਚਰਚਾ ਜਾਰੀ ਹੈ। ਪੁਲਿਸ ਪ੍ਰਸ਼ਾਸਨ ਦਾ ਤੰਤਰ ਹੈ ਜਿਹੜਾ, ਉਹ ਕਿਵੇਂ ਠੀਕ ਹੋਏਗਾ, ਇਸ ਤੇ ਇੱਕ ਵੱਡਾ ਸਵਾਲੀਆ ਨਿਸ਼ਾਨ ਜ਼ਰੂਰ ਹੈ। ਰਾਠੌਰ ਸਾਹਿਬ, ਸਵਾਲ ਇਹ ਵੀ ਹੈ ਕਿ ਜਦੋਂ ਮਾਮਲਾ ਜਦੋਂ ਵੀ ਹੇਠਲੇ ਲੈਵਲ ਤੇ ਕੋਈ ਗੱਲਬਾਤ ਹੁੰਦੀ ਹੈ, ਜਾਂ ਡੀਐਸਪੀ ਦੀ, ਐਸਐਸਪੀ ਦੀ, ਇੰਸਪੈਕਟਰ ਦੀ, ਤਾਂ ਇੱਕ ਨਜ਼ਰ ਰਹਿੰਦੀ ਹੈ ਡੀਜੀਪੀ ਵੱਲ ਕਿ ਡੀਜੀਪੀ ਸਾਹਿਬ ਸਾਂਭ ਲੈਣਗੇ, ਸਭ ਨੂੰ ਇਕੱਠਾ ਕਰ ਲੈਣਗੇ। ਪਰ ਜਦੋਂ ਮਾਮਲਾ ਡੀਜੀਪੀ ਦੇ ਆਪਸ ਦਾ ਹੀ ਲੜਾਈ ਦਾ ਹੋਵੇ, ਅਦਾਲਤਾਂ ਤੱਕ ਮਸਲਾ ਪਹੁੰਚ ਜਾਵੇ, ਜਦੋਂ ਇਹ ਕਿਹਾ ਜਾਵੇ ਕਿ ਇਸ ਡਰੱਗ ਦੇ ਜਿਹੜੇ ਐਸਐਸਪੀ ਨੂੰ ਬਚਾਉਣ ਦੀ ਕੋਸ਼ਿਸ਼ ਫਲਾਣਾ ਡੀਜੀਪੀ ਕਰ ਰਿਹਾ, ਤਾਂ ਅਜਿਹੇ ਦੇ ਵਿੱਚ ਤੁਸੀਂ ਸੁਧਾਰ ਕਿੱਥੇ ਕਰੋਗੇ? ਸ਼ੁਰੂਆਤ ਕਿੱਥੋਂ ਕਰੋਗੇ ਤੁਸੀਂ ਫਿਰ? ਦੇਖੋ ਹਰਪ੍ਰੀਤ ਜੀ, ਇਹ ਕਹਿਣ ਦੀ ਗੱਲ ਹੈ, ਕੋਈ ਨਹੀਂ ਕਹਿਣ ਦੀ ਨਹੀਂ, ਅਦਾਲਤੀ ਗੱਲ ਹੈ। ਮੈਂ ਕਹਿਣ ਦੀ ਗੱਲ ਨਹੀਂ, ਅਦਾਲਤ 'ਚ ਮਾਮਲਾ ਹੈ। ਆਪਾਂ ਅਜੇ ਪ੍ਰੂਵ ਹੋਣ ਦੋ ਨੂੰ। ਆਪਾਂ ਕੋਈ ਵੀ ਗੱਲ ਕਹੀਏ ਕਿ ਆਪਾਂ ਟ੍ਰਾਇਲ ਕਰ ਲਈਏ ਆਪਸ 'ਚ ਬੈਠ ਕੇ, ਇਹ ਜਾਇਜ਼ ਗੱਲ ਨਹੀਂ ਹੈਗੀ ਹੈ। ਤੁਹਾਡੀ ਸਰਕਾਰ ਦੇ ਵਿੱਚ ਇੱਕ ਡੀਜੀਪੀ, 2 ਡੀਜੀਪੀਆਂ ਤੇ ਇਲਜ਼ਾਮ ਲਾ ਰਿਹਾ, ਤੁਸੀਂ ਕਹਿਣ ਦੀ ਗੱਲ ਕਰ ਰਹੇ ਹੋ। ਮੈਂ ਤੁਹਾਨੂੰ ਇਹ ਦੇਖੋ, राजनीति कर रहे हैं डीजीपी साहब। डीजीपी साहब क्यों राजनीति कर रहे हैं जी? कुछ ना कुछ मसला कदी ना कदी अफसरां दे, मैं तुहानूं दस के हटिया, शशिकांत जी जिहड़े एडीजी सीगे पहला, उन्हां दा भी चलदा रहा। नशਿਆਂ ਦੇ ਪ੍ਰਤੀ ਸੀਗਾ ਦੀ ਕੋਸ਼ਿਸ਼ ਕਰ ਰਿਹਾ। ਮੈਂ ਉਹੀ ਗੱਲ ਕਹਿ ਰਿਹਾ ਨਾ, ਉਹ ਚੱਲਦਾ ਰਿਹਾ। ਸਿਆਸਤ ਕਿੱਥੇ ਹੈ? ਦੇਖੋ ਸਿਆਸਤ ਇਹਦੇ ਚ ਦੇਖੋ, ਅਗਰ ਤੁਸੀਂ ਕਹੋ ਕਿ ਪੋਲੀਟੀਸ਼ੀਅਨ ਦਾ ਹੱਥ ਹੈ, ਮੈਂ ਬਿਲਕੁਲ ਡਿਨਾਈ ਕਰਦਾ ਇਸ ਚੀਜ਼ ਨੂੰ। ਇਸ ਦੇ ਅੰਦਰ ਬਿਲਕੁਲ ਵੀ ਇਹੀ ਜੀ ਕੋਈ ਗੱਲ ਨਹੀਂ ਹੈਗੀ। ਲੇਕਿਨ ਹਾਂ, ਹੋ ਸਕਦਾ ਹੈ ਕਿ ਅਫਸਰਾਂ ਦੇ ਅੰਦਰ ਕਿਤੇ ਮਾੜੀ ਮੋਟੀ ਤਕਰਾਰ ਹੋਵੇ ਆਪਸ, ਉਹ ਹੋ ਜਾਂਦੀ ਹੈ। ਮਹਿਕਮਾ ਹੈ ਐਡਾ ਵੱਡਾ, ਇਹ ਹੈ ਨਹੀਂ, ਉਹ ਹਿਊਮਨ ਬੀਇੰਗ ਨੇ, ਬੰਦੇ ਨੇ, ਕੋਈ ਨਾ ਕੋਈ ਤਕਰਾਰਬਾਜੀ ਆਪਸ ਹੋ ਜਾਂਦੀ ਹੈ। ਲੇਕਿਨ ਆਪਾਂ ਉਹਨੂੰ ਇੱਕ ਕਹਿ ਕੇ ਦੇਖੀਏ ਕਿ ਆਪਾਂ ਇੱਕ ਸੂਬੇ ਨੂੰ ਚਲਾਉਣੇ ਦੇ ਵਾਸਤੇ ਜਾਂ ਡਰੱਗਸ ਨੂੰ ਖਤਮ ਕਰਨੇ ਦੇ ਵਾਸਤੇ ਉਹ ਬਚਾ ਰਹੇ ਨੇ, ਉਹ ਕੋਈ ਪੋਸੀਬਲ ਨਹੀਂ ਹੈ। ਪੰਜਾਬ ਦਾ ਮੇਨ ਮੁੱਦਾ ਹੈਗਾ ਨਸ਼ਿਆਂ ਦਾ, ਔਰ ਸਰਕਾਰ ਹੈਗੀ ਹੈ ਪੂਰੀ ਸੰਜੀਦਾ। ਸਵਾਲ ਤਾਂ ਉਹੀ ਖੜਾ ਹੁੰਦਾ ਨਾ, ਮੇਰਾ ਸਵਾਲ ਤੁਸੀਂ ਸਮਝ ਰਹੇ। ਮੈਂ ਸਵਾਲ ਇਹ ਕਰ ਰਿਹਾ ਕਿ ਇੱਕ ਡੀਜੀਪੀ ਰੈਂਕ ਦਾ ਅਫਸਰ ਜਦੋਂ ਦੂਜੇ ਡੀਜੀਪੀਆਂ ਤੇ ਇਹ ਇਲਜ਼ਾਮ ਲਾਵੇ ਕਿ ਨਸ਼ੇ ਦੇ ਤਸਕਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਨਾਂ ਡੀਜੀਪੀਜ਼ ਵੱਲੋਂ, ਫਿਰ ਤੁਸੀਂ ਵਿਸ਼ਵਾਸ ਕਿਵੇਂ ਬਹਾਲ ਕਰੋਗੇ ਲੋਕਾਂ ਦਾ? ਬਿਲਕੁਲ, ਆਪਾਂ ਜਨਤਾ ਦੇ ਅੰਦਰ ਵਿਸ਼ਵਾਸ ਜਿਹੜਾ ਬਹਾਲ ਕੀਤਾ ਹੈ ਕਰਾਂਗੇ। ਔਰ ਕੋਈ ਵੀ ਇਸ ਤਰ੍ਹਾਂ ਦੀ ਕਾਰਵਾਈ ਅਗਰ ਕੋਈ ਅਫਸਰ ਕਰਨੇ ਦੀ ਕੋਸ਼ਿਸ਼ ਵੀ ਕਰਦਾ ਹੈ ਤਾਂ ਉਹਨੂੰ ਸਫਲ ਨਹੀਂ ਹੋਣ ਦੇਵਾਂਗੇ। ਹਾਂਜੀ ਸੰਘਾ ਸਾਹਿਬ, ਦੇਖੋ ਜਿਹੜੇ ਹਾਲਾਤ ਹੈ ਪੰਜਾਬ ਦੇ ਪਿਛਲੇ ਸਮੇਂ ਤੋਂ ਕਾਫੀ ਵੱਧ ਤੋਂ ਬੱਤਰ ਹੁੰਦੇ ਜਾ ਰਹੇ ਹੈ। ਇਹ ਗੈਂਗਸਟਰ ਵਰਗੇ ਜਿਹੜੇ ਸ਼ਬਦ ਹੈ, ਇਹ ਯੂਪੀ ਬਿਹਾਰ ਵਿੱਚ ਆਪਾਂ ਸੁਣਦੇ ਹੁੰਦੇ ਸੀ। ਅੱਜ ਕੱਲ੍ਹ ਸਾਹਿਬ ਆਏ ਕਦੋਂ ਹੈ? ਮੈਂ ਉਹੀ ਗੱਲ ਕਰ ਰਿਹਾ ਰਾਠੌਰ ਸਾਹਿਬ, ਲੈਟ ਮੀ ਸਪੀਕ। ਅੱਜ ਇਹ ਮਤਲਬ ਕਿ ਅਖਬਾਰਾਂ ਦੀਆਂ ਸੁਰਖੀਆਂ ਬਣ ਗਏ ਪੰਜਾਬ ਦੇ ਵਿੱਚ, ਜਿਹੜੀ ਮਤਲਬ ਕਿ ਕਿਤੇ ਨਾ ਕਿਤੇ ਪੋਲੀਟੀਕਲ ਨੈਕਸਸ ਜਿਹੜਾ ਆਪਾਂ ਕਿਹਾ ਵੀ ਕੋਈ ਨਾ ਕੋਈ ਸ਼ੈਲਟਰ ਹੁੰਦੀ ਹੈ ਜਾਂ ਕੁਛ। ਡੀਜੀਪੀ ਸਾਹਿਬ ਨੇ ਉਦੋਂ ਕੈਬਨਿਟ ਦੇ ਵਿੱਚ ਜਿਹੜੀ ਗੱਲ ਕਹੀ ਕਿ ਜਦੋਂ ਵਿਧਾਇਕ ਬੰਦੇ ਆਪਦੇ SHOs ਲਵਾਉਣਗੇ ਤਾਂ ਅਸੀਂ ਕੰਟਰੋਲ ਕਿਵੇਂ ਕਰ ਸਕਦੇ, ਉਹਦਾ ਇੱਕ ਕੈਬਨਿਟ ਮੰਤਰੀ ਜਵਾਬ ਦੇ ਰਹੇ ਆ ਬਈ ਫਲਾਣੇ ਬੰਦੇ ਨੂੰ ਕੌਣ ਬਚਾ ਰਿਹਾ, ਫਲਾਣੇ ਬੰਦੇ ਨੂੰ ਕੌਣ ਬਚਾ ਰਿਹਾ। ਇਹਦਾ ਮਤਲਬ ਕਿਤੇ ਵੀ ਪੁਲਿਸ ਨਾਲ ਝਗੜ ਰਹੀ ਹੈ। ਪੁਲਿਸ ਦੀ ਜਿਹੜੀ ਹੈਗੀ ਹੈ ਕੋਆਰਡੀਨੇਸ਼ਨ ਪੋਲੀਟੀਕਲ ਬੰਦਿਆਂ ਨਾਲ ਵੀ ਨਹੀਂ ਹੈਗੀ। ਇਹਦਾ ਮਤਲਬ ਜਿਹੜੀ ਸਰਕਾਰ ਹੈ ਉਹਦਾ ਸਿਸਟਮ ਜਿਹੜਾ ਹੈਗਾ ਆਪਸ ਦੇ ਵਿੱਚ ਕੋਆਰਡੀਨੇਸ਼ਨ ਦਾ ਬਹੁਤ ਵੱਡਾ ਗੈਪ ਹੈ। ਜਿਵੇਂ ਕਿਸੇ ਬਲਟੋਆ ਸਾਹਿਬ ਨੇ ਗੱਲ ਕੀਤੀ ਵੀ ਕੱਲ ਕਿਤੇ ਬੁਲਾਰੇ ਜਿਹੜੇ ਬੈਠੇ ਸੀ, ਉਹ ਕਹਿੰਦੇ ਵੀ ਸਾਡੇ ਕੋਲ ਇਹਨਾਂ ਦਾ ਫੀਡਬੈਕ ਨਹੀਂ ਆਇਆ। ਸੋ ਫੀਡਬੈਕ ਵੀ ਇੱਕ ਤਰ੍ਹਾਂ ਕੋਆਰਡੀਨੇਸ਼ਨ ਦਾ ਗੈਪ ਹੈ। ਜਿਹੜੀ ਜਿੱਥੋਂ ਤੱਕ ਜਿਹੜੀ ਗੱਲ ਹੈਗੀ ਆ ਗੈਂਗਸਟਰਸ ਦੀ ਔਰ ਜਿਹੜੀਆਂ ਇਹ ਹਾਦਸੇ ਆ, ਇਹ ਪਿਛਲੇ ਸਮੇਂ ਵੀ ਹੋਏ ਆ ਕਾਫੀ। ਜਦੋਂ ਪਹਿਲੀ ਗੌਰਮੈਂਟ ਸੀਗੀ, ਚਾਹੇ ਉਹਦੇ ਚ ਆਪਾਂ ਲੁਧਿਆਣੇ ਵਾਲਾ ਕਾਂਡ ਲੈ ਲਈਏ, ਮਾਨ ਸਾਹਿਬ ਦਾ
ਜਾਂ ਦੂਸਰਾ ਆਪਣਾ ਹਵੇਲੀ ਕੋਲੇ ਇੱਕ ASI, ਫਿਰ ਉਸ ਤੋਂ ਬਾਅਦ ਇੱਕ ਅੰਮ੍ਰਿਤਸਰ ਦੇ ਨੇੜੇ ਇੱਕ ASI ਦਾ ਮਰਡਰ ਹੋਇਆ ਸੀਗਾ ਜਿਹੜਾ ਆਪਦੀ ਬੇਟੀ ਦੇ ਲਈ ਹੈ। ਔਰ ਹੁਣ ਪਿੱਛੇ ਜੇ ਵੇਖੀ ਜਾਵੇ ਤਾਂ ਤਰਨਤਾਰਨ ਦੇ ਵਿੱਚ ਕੱਡਾ ਬਾਜ਼ਾਰ ਦੇ ਵਿੱਚ ਬੜੀ ਸ਼ਰੇਆਮ ਗੁੰਡਾਗਰਦੀ ਹੋਈ। ਜਿਹੜਾ ਇਹ ਚੀਜ਼ ਹੈ ਨਾ ਜੀ, ਮਤਲਬ ਕਿ ਚੈਨ ਸਨੈਚਿੰਗ, ਗੈਂਗ ਵਾਰ ਔਰ ਸਾਰਾ ਕੁਛ ਇਹ ਜਿਹੜਾ ਹੈਗਾ ਡਰੱਗਸ ਦਾ ਜਿਹੜਾ ਚੈਨਲ ਹੈ ਇਹ ਉਵੇਂ ਹੀ ਚੱਲ ਰਿਹਾ ਹੈਗਾ। ਹਜੇ ਕੋਈ ਵੀ ਇਹਦੇ 'ਚ ਆਪਾਂ ਨਹੀਂ ਕਹਿੰਦੇ ਕਿ ਵੀ ਕੋਈ ਇਹਦੇ 'ਚ ਖੜੋਤ ਆ ਗਈ ਹੈ ਜਾਂ ਇਹ ਘਟ ਗਿਆ ਹੈਗਾ। ਠੀਕ ਹੈ ਬਰਾੜ ਸਾਹਿਬ, ਸਰਕਾਰ ਦੇ ਵਿੱਚ ਸੱਜੇ ਨੂੰ ਖੱਬੇ ਦਾ ਨਹੀਂ ਪਤਾ, ਖੱਬੇ ਨੂੰ ਸੱਜੇ ਦਾ ਨਹੀਂ ਪਤਾ, ਇਹ ਅਕਸਰ ਹੀ ਚਰਚਾ ਰਹਿੰਦੀ ਹੈ। ਵਾਕਈ ਇਸੇ ਦੇ ਨਤੀਜੇ ਨੇ ਕਿ ਫੀਡਬੈਕ ਸਾਨੂੰ ਸਹੀ ਨਹੀਂ ਮਿਲੀ। ਦੇਖੋ ਜੀ, ਇਹਦੇ 'ਚ ਇਹੋ ਹੀ ਮੈਂ ਤਾਂ ਪਹਿਲਾਂ ਵੀ ਕਹਿ ਚੁੱਕਿਆ ਤੁਹਾਨੂੰ ਵੀ ਜਿੱਥੇ 2 DGP 3 ਜਿਹੜੇ ਆ ਉਹ ਆਪਸ ਵਿੱਚ ਝਗੜਦੇ ਆ, ਕੈਬਨਿਟ 'ਚ DGP ਆਪਣਾ ਪੱਖ ਰੱਖਦਾ ਹੈ। ਅਸਲੀ ਤੇ ਇਹ ਹੈ ਕਿ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਦੋਂ ਬਣਾਈ ਸੀ ਲੋਕਾਂ ਨੂੰ ਉਹਦੇ ਤੇ ਬੜਾ ਵਿਸ਼ਵਾਸ ਹੋਇਆ ਸੀ ਤੇ ਉਹ ਬੰਦੇ ਵੀ ਅਪਰਾਈਟ ਲੱਗਦੇ ਕਾਫੀ। ਜੇ ਉਹਨਾਂ ਨੂੰ ਪੁਲਿਸ ਦੀ ਮਿਲਵਰਤਨ ਜਾਂ ਸਰਕਾਰ ਦੀ ਮਿਲਵਰਤਨ ਪੂਰੀ ਮਿਲਦੀ ਤਾਂ ਅੱਜ ਹਾਲਾਤ ਕਾਫੀ ਬਦਲ ਸਕਦੇ ਸੀ। ਸੋ ਇਹਨਾਂ ਦੀ ਆਪਸ ਵਿੱਚ ਲੜਾਈ ਕਰਕੇ ਹੀ ਇਹ ਕੰਟਰੋਲ ਨਹੀਂ ਹੋ ਸਕਿਆ ਨਸ਼ਿਆਂ ਦਾ। ਨਹੀਂ ਤਾਂ ਇੱਕ ਵਾਰੀ ਧੱਕਾ, ਜਿਵੇਂ ਹੁਣ ਤੁਸੀਂ ਗੈਂਗਸਟਰ ਸੀਗੇ, ਜਦੋਂ ਪੁਲਿਸ ਨੂੰ ਖੁੱਲੀ ਛੁੱਟੀ ਦਿੱਤੀ ਪੁਲਿਸ ਨੇ ਐਨਕਾਊਂਟਰ ਕੀਤੇ ਆ, ਬੰਦੇ ਤਗੜੇ ਮਾਰੇ ਗਏ। ਉਸ ਤੋਂ ਬਾਅਦ ਠੱਲ ਪੈ ਗਈ ਸੀ, ਲੋਕਾਂ 'ਚ ਵਿਸ਼ਵਾਸ ਬਣ ਗਿਆ ਕਿ ਵੀ ਠੀਕ ਹੈ ਐ ਸਰਕਾਰ ਦੇ ਹੁੰਦਿਆਂ ਤੁਸੀਂ ਸਿਰ ਨਹੀਂ ਚੁੱਕ ਸਕਦੇ। ਲੇਕਿਨ ਮੁੜ ਕੇ ਫਿਰ ਉਹ ਢਿੱਲਾ ਹੋ ਗਿਆ ਕੰਮ। ਕੁਛ ਪਤਾ ਨਹੀਂ ਪਿੱਛੋਂ ਜਨਤਾ ਦਾ ਹੀ ਕੋਈ ਆਵਾਜ਼ ਆਈ ਜਾਂ ਕੀ ਹੋਇਆ ਕੀ ਨਹੀਂ ਹੋਇਆ। ਇਸੇ ਤਰ੍ਹਾਂ ਜਿਹੜੀਆਂ ਪਿੱਛੇ ਰਿਪੋਰਟ ਆਉਂਦੀਆਂ ਰਹੀਆਂ ਉਹ ਇਹੋ ਹੀ ਹੈ ਕਿ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੂੰ ਸ਼ੁਰੂ 'ਚ ਖੁੱਲ੍ਹ ਦਿੱਤੀ ਗਈ, ਉਹਨਾਂ ਨੂੰ ਮਦਦ ਵੀ ਮਿਲੀ। ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਪੁਲਿਸ ਤੰਤਰ ਤੋਂ ਉਹਨਾਂ ਨੂੰ ਸੂਚਨਾ ਮਿਲਣੀ ਹੈ, ਮਿਲਵਰਤਨ ਮਿਲਣੀ ਹੈ, ਉਹ ਨਹੀਂ ਮਿਲੀ। ਇਹਦਾ ਪਹੁੰਚਦਾ ਝਗੜਾ ਉੱਪਰ ਤੱਕ ਹੋ ਗਿਆ ਕਿਉਂਕਿ ਉਹਨਾਂ ਨੇ ਜਿਹੜੀਆਂ ਬੰਦੇ ਫੜੇ ਸੀ ਉਹਦੇ 'ਚ ਪੁਲਿਸ ਦੇ ਬਹੁਤ ਬੰਦੇ ਸੀਗੇ ਜਿਹੜੇ ਖਾਸਮ ਖਾਸ ਜਿਹੜੇ ਉੱਪਰ ਤੱਕ ਸੇ ਵਾਲੇ ਹੁੰਦੇ ਸੀ ਪੋਲੀਟੀਸ਼ੀਅਨਾਂ ਨਾਲ। ਉਹਨਾਂ ਬੰਦਿਆਂ ਨੂੰ ਜਦੋਂ ਫੜਿਆ ਗਿਆ ਤਾਂ ਉਸ ਤੋਂ ਬਾਅਦ ਇਹ ਰੌਲਾ ਪਿਆ। ਉਸ ਤੋਂ ਬਾਅਦ ਇਹਨਾਂ ਦਾ ਪੁਲਿਸ ਦੇ ਸੀਨੀਅਰ ਅਫਸਰਾਂ ਦਾ ਆਪਸ ਵਿੱਚ ਟਕਰਾਅ ਹੋ ਗਿਆ ਕਿ ਇਹ ਪੁਲਿਸ ਦੇ ਅਫਸਰ ਫੜੇ ਜਾ ਰਹੇ ਇਹਦੇ 'ਚ। ਜੇ ਉਹ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੂੰ ਖੁੱਲੀ ਛੁੱਟੀ ਮਿਲੀ ਹੁੰਦੀ ਔਰ ਉਹਨਾਂ ਨੂੰ ਪੂਰੀ ਸਰਕਾਰ ਵੱਲੋਂ ਮਿਲਵਰਤਨ ਮਿਲਦੀ ਤਾਂ ਬਹੁਤ ਹਾਲਾਤ ਬਦਲ ਸਕਦੇ ਸੀ। ਅੱਜ ਜੋ 30-35 ਮੁੰਡੇ ਮਰੇ ਆ ਪਿਛਲੇ 20-25 ਦਿਨਾਂ 'ਚ ਸ਼ਾਇਦ ਬਚਾਅ ਹੋ ਜਾਂਦਾ। ਪਤਾ ਨਹੀਂ ਕਿਹੜੇ ਸੁਣ ਰਿਹਾ ਸੀ ਮੈਂ ਸੈਕਟਰੀਏਟ 'ਚ ਅੱਜ, ਮਤਲਬ ਆਮ ਕਈ ਬੰਦਿਆਂ ਨੂੰ ਪੁਲਿਸ ਵਾਲਿਆਂ ਨੂੰ ਮਿਲੇ, ਉਹ ਕਹਿੰਦੇ ਸਾਲੇ ਪਤਾ ਨਹੀਂ ਕਿੱਥੋਂ ਟੀਕੇ ਲਿਆਉਂਦੇ ਆ, ਜਿਹੜੇ ਘੋੜਿਆਂ ਨੂੰ ਲੱਗਦੇ, ਹਾਥੀਆਂ ਨੂੰ ਬੇਹੋਸ਼ ਕਰਨ ਲਈ ਜਿਹੜੇ ਲਾਉਂਦੇ ਉਹ ਟੀਕੇ ਠੋਕੀ ਜਾਂਦੇ ਆ। ਹਾਂਜੀ ਸੰਗਾ ਸਾਹਿਬ ਕੁਝ ਕਹਿਣਾ ਚਾਹੁੰਦੇ ਤੁਸੀਂ? ਬਰਾੜ ਸਾਹਿਬ ਨੇ ਜਿਹੜੀ ਗੱਲ ਕੀਤੀ ਵਿਸ਼ਵਾਸ ਵਾਲੀ, ਹਰਪ੍ਰੀਤ ਜੀ ਦੇਖਣ ਵਾਲੀ ਗੱਲ ਹੈ ਕਿ ਲੋਕਾਂ ਦੇ ਵਿੱਚ ਵਿਸ਼ਵਾਸ ਕੀ ਆਤਮ ਵਿਸ਼ਵਾਸ ਦੀ ਇੰਨੀ ਕੁ ਕਮੀ ਹੈ, ਕੋਈ ਡਾਇਰੈਕਟਲੀ ਪੁਲਿਸ ਥਾਣੇ ਨਹੀਂ ਜਾ ਸਕਦਾ। ਆਮ ਜਿਹੜੀ ਪਬਲਿਕ ਹੈ, ਜਿਹੜਾ ਇਹ ਬਹੁਤ ਵੱਡਾ ਗੈਪ ਆ ਲੋਕਾਂ ਦਾ ਤੇ ਪੁਲਿਸ ਦਾ ਵੀ। ਪੁਲਿਸ ਇਜ਼ ਏ ਪਬਲਿਕ ਸਰਵੈਂਟ। ਅੱਜ ਤੁਸੀਂ ਵੇਖੋ ਕੋਈ ਉਹਨੇ FIR ਵੀ ਲਿਖਾਉਣੀ, ਕੋਈ ਰਪਟ ਵੀ ਲਿਖਾਉਣੀ, ਬੰਦਾ ਪੋਲੀਟੀਕਲ ਸਪਾਰਸ਼ ਲੱਭਣ ਲੱਗ ਜਾਂਦਾ, ਯਾਰ ਮੈਂ ਥਾਣੇ ਜਾਣਾ, ਕੋਈ ਪਾਸਪੋਰਟ ਬਣਾਉਣਾ, ਕੋਈ ਇਨਕੁਆਇਰੀ ਕਰਵਾਉਣੀ ਹੈ, ਬੰਦਾ ਮਤਲਬ ਕਿ ਸਿੱਧਾ ਡਾਇਰੈਕਟ ਅਵੇਅਰਨੈਸ ਦੀ ਕਮੀ ਕਹਿ ਲਓ ਜਾਂ ਉਹਨਾਂ 'ਚ ਡਰ ਕਹਿ ਲਓ, ਉਹਨਾਂ ਦੀ ਡੇਅਰਨੈਸ ਡਰ ਹੀ ਹੈ ਕੋਈ ਨਾ। ਔਰ ਪਤਾ ਨਹੀਂ ਅਗਲਾ ਕਹਿੰਦਾ ਯਾਰ ਥਾਣੇ ਜਾਵਾਂਗੇ, ਪਤਾ ਨਹੀਂ ਸਪਸ਼ਟ ਜੀ ਗੱਲ ਹੈ ਕਿਵੇਂ ਨਿਕਲਾਂਗੇ, ਕੀ ਹੋਣਾ, ਕੀ ਕਿਸੇ ਨੇ ਸੁਣਨੀ ਗੱਲ ਕਿ ਨਹੀਂ ਸੁਣਨੀ, ਬਾਹਰ ਹੀ ਐਡਜਸਟਮੈਂਟ ਕਰ ਲਈ, ਬਾਹਰ ਹੀ ਬਿਲਕੁਲ। FIR ਵੀ ਕਿਸੇ ਨੇ ਕਰਾਉਣੀ ਹੈ, ਕੋਈ ਚੋਰੀ ਦੀ ਕਰਾਉਣੀ ਹੈ, ਅਗਲਾ ਪੋਲੀਟੀਕਲ ਸਪਾਰਸ਼ ਲੱਭਣ ਲੱਗ ਜਾਂਦਾ। ਇਹ ਜਿਹੜਾ ਅੱਜ ਲੋਕਾਂ ਦੇ ਵਿੱਚ ਵਿਸ਼ਵਾਸ ਪੈਦਾ ਕਰਨਾ ਤਾਂ ਰਾਠੌਰ ਸਾਹਿਬ ਬਹੁਤ ਜ਼ਰੂਰਤ ਹੈ, ਪਰ ਲੋਕਾਂ ਦਾ ਆਤਮ ਵਿਸ਼ਵਾਸ ਵੀ ਬਹੁਤ ਘਟਿਆ ਪਿਆ ਪੁਲਿਸ ਦੇ ਨਾਲ ਗੱਲ ਕਰਨ ਲਈ। ਮੈਂ ਇੱਕ ਮਿੰਟ ਰਾਠੌਰ ਸਾਹਿਬ ਲੈ ਲੈਣਾ, ਇਕੱਠੇ ਲੈ ਲੈਣਾ, ਕੰਗ ਸਾਹਿਬ ਤੋਂ ਪੁੱਛ ਲਈਏ ਪਬਲਿਕ ਇੰਪ੍ਰੈਸ਼ਨ ਜਿਹੜਾ ਪੁਲਿਸ ਦਾ ਡਿੱਗਿਆ ਜਾਂ ਡਗਮਗਾਇਆ ਉਹ ਕਿਵੇਂ ਸਟੈਂਡ ਹੋਏਗਾ? ਦੇਖੋ ਪਹਿਲਾਂ ਤਾਂ ਮੈਂ ਰਾਠੌਰ ਸਾਹਿਬ ਨੂੰ ਦੱਸਣਾ ਚਾਹੁੰਦਾ ਵੀ ਰਾਠੌਰ ਸਾਹਿਬ ਅਸੀਂ ਆਪੋਜੀਸ਼ਨ 'ਚ ਅਸੀਂ ਆਰੋਪ ਲਾ ਰਹੇ ਹਾਂ। ਰਾਣਾ ਗੁਰਜੀਤ ਹੋਣਾ ਨੇ ਜਿਹੜਾ ਆਰੋਪ ਲਾਇਆ ਉਹਦੇ ਕੋਲ ਤੁਹਾਡਾ ਕੀ ਜਵਾਬ ਹੈ? ਤੁਹਾਡੇ ਕੋਲ ਕੀ ਜਵਾਬ ਹੈ? ਦੂਜਾ ਤੁਹਾਡੇ ਜੇਲ੍ਹ ਮੰਤਰੀ ਸਾਹਿਬ ਬੇਬਸੀ ਦਿਖਾ ਰਹੇ ਉਹਦਾ ਕੀ ਜਵਾਬ ਹੈ? ਹਰਪ੍ਰੀਤ ਜੀ ਗੱਲ ਪਤਾ ਕੀ ਆ, ਕੁਛ ਪੁਲਿਸ ਤੰਤਰ 'ਚ ਜਿਹੜੇ ਅਫਸਰ ਨਿਚਲੇ ਲੈਵਲ ਤੋਂ ਪ੍ਰਮੋਟ ਹੋ ਕੇ ਆਏ ਆ, ਖਾਸ ਕਰ ਅੰਤਕਵਾਦ ਦੇ ਦੌਰ 'ਚ, ਉਹਨਾਂ ਦੀ ਕ੍ਰੈਡੀਬਿਲਿਟੀ ਚੈੱਕ ਕਰਨ ਦੀ ਲੋੜ ਹੈ ਸਰਕਾਰ ਨੂੰ ਇਮੀਡੀਏਟਲੀ। ਨੰਬਰ 1, ਮੈਂ ਸਾਰੇ ਸਿਸਟਮ ਤੇ ਉਂਗਲੀ ਨਹੀਂ ਠਾਉਂਦਾ, ਬਹੁਤ ਕਾਬਲ ਅਫਸਰ ਸਾਡੇ ਕੋਲ ਹੈਗੇ ਆ। ਮੈਂ ਪਿਛਲੀ ਵਾਰ ਮੈਂ ਪਹਿਲਾਂ ਵੀ ਕਿਹਾ, ਹੁਣ ਵੀ ਦੁਬਾਰਾ ਕਹਿ ਰਿਹਾ, ਸਰਕਾਰ ਦੀ ਮਨਸ਼ਾ, ਜਿਸ ਤਰ੍ਹਾਂ ਬਲਟੋਆ ਸਾਹਿਬ ਨੇ ਕਿਹਾ ਤੁਹਾਡੀ ਇੱਛਾ ਸ਼ਕਤੀ ਹੈ ਕਿ ਨਹੀਂ ਹੈ। ਕ੍ਰਾਈਮ, ਮੈਂ ਕਹਿੰਦਾ ਵੀ ਕ੍ਰਾਈਮ ਸਾਡੇ ਟਾਈਮ ਵੀ ਹੈ ਸੀ, ਅਸੀਂ ਇਹ ਨਹੀਂ ਕਹਿੰਦੇ ਵੀ ਪੂਰੇ ਪਾਕ ਸਾਫ਼ ਹੈ,
ਲੇਕਿਨ ਤੁਹਾਡੀ ਇੱਛਾ ਸ਼ਕਤੀ ਤੇ ਦਿਖਣੀ ਚਾਹੀਦੀ, ਲੋਕਾਂ 'ਚ ਬਹਾਲ ਤੇ ਹੋਵੇ, ਵਿਸ਼ਵਾਸ ਤੇ ਲੋਕਾਂ ਦਾ ਬਣੇ ਤੁਹਾਡੇ ਸਰਕਾਰ ਕੋਈ ਕੰਮ ਕਰ ਰਹੀ ਹੈ, ਕੋਈ ਰਿਜ਼ਲਟ ਦੇ ਰਹੀ ਹੈ। ਸਰਕਾਰ ਕਿਤੇ ਨਾ ਕਿਤੇ ਡੀਮੈਰਿਟ ਕਰ ਰਹੀ ਹੈ ਪੁਲਿਸ ਅਫਸਰਾਂ ਨੂੰ, ਚੰਗੇ ਅਫਸਰਾਂ ਨੂੰ ਲਗਾਇਆ ਜਾਵੇ। 22 ਜ਼ਿਲ੍ਹੇ ਆ, 22 ਚੰਗੇ ਆਫੀਸਰ ਜੇਕਰ ਜ਼ਿਲ੍ਹਾ ਮੁਖੀ ਐਸਐਸਪੀ ਲੱਗ ਸਕਦੇ ਆ ਤੇ ਮੈਨੂੰ ਲੱਗਦਾ ਬਹੁਤ ਚੀਜ਼ਾਂ ਕੰਟਰੋਲ, ਚਾਹੇ ਉਹ ਨਸ਼ੇ ਨੂੰ ਲੈ ਕੇ ਆ, ਚਾਹੇ ਗੈਂਗਸਟਰ ਨੂੰ ਲੈ ਕੇ, ਕੰਟਰੋਲ ਹੋ ਸਕਦੀਆਂ। ਹਾਂ ਜੀ ਰਾਠੌਰ ਸਾਹਿਬ, ਨਾਲੇ ਮਹਿਕਮਾ ਵੀ ਸੀਐਮ ਸਾਹਿਬ ਦੇ ਕੋਲ ਆ ਤਾਂ ਸਥਿਤੀ ਜ਼ਿਆਦਾ ਗੰਭੀਰ ਬਣ ਜਾਂਦੀ ਹੈ। ਦੇਖੋ ਹਰਪ੍ਰੀਤ ਜੀ, ਨਸ਼ਿਆਂ ਦਾ ਜਿਹੜਾ ਆਪਾਂ ਬਾਰ-ਬਾਰ ਤੁਸੀਂ ਸਾਰੇ ਅਖਬਾਰਾਂ ਦੀ ਰਿਪੋਰਟਾਂ ਪੜ੍ਹੋ, ਇੱਕ ਸ਼ਬਦ ਜ਼ਰੂਰ ਉਹਦੇ ਅੰਦਰ ਲਿਖਿਆ ਹੁੰਦਾ ਹੈ ਕਿ ਨਸ਼ਿਆਂ ਦਾ ਲੱਕ ਜ਼ਰੂਰ ਟੁੱਟ ਚੁੱਕਿਆ ਲੇਕਿਨ ਅਲਟਰਨੇਟ ਲੱਭੇ ਜਾ ਰਹੇ ਨੇ। ਬਰਾੜ ਸਾਹਿਬ ਨੇ ਵੀ ਉਹ ਗੱਲ ਕਹੀ ਹੈ, ਸਾਰਿਆਂ ਨੇ ਕਹੀ, ਆਪਾਂ ਉਸ ਦਿਨ ਵੀ ਡਿਸਕਸ ਕੀਤਾ ਸੀ। ਸਰਕਾਰ ਬਿਲਕੁਲ ਸਜਿੰਦਾ ਹੈ ਇਸ ਮਾਮਲੇ ਦੇ ਅੰਦਰ, ਔਰ ਜਿਹੜੀ SIT ਬਣੀ ਹੈ ਉਹ ਇੱਕ ਇੰਡੀਪੈਂਡੈਂਟ ਏਜੰਸੀ ਹੈ। ਉਹਨਾਂ ਅਲੱਗ ਤਰ੍ਹਾਂ ਤੇ ਆਪਣਾ ਇੰਡੀਪੈਂਡੈਂਟ ਤੌਰ ਤੇ ਉਹਨੇ ਕੰਮ ਕਰਨਾ, ਔਰ ਸਰਕਾਰ ਦਾ ਪੂਰਾ ਸਹਿਯੋਗ ਉਹਦੇ ਨਾਲ ਹੈਗਾ। ਉਹ ਵੀ ਬੇਬਸੀ ਦਿਖਾ ਰਹੇ ਕਈ ਥਾਵਾਂ ਤੇ। ਦੇਖੋ ਸਵਾਲ ਚੁੱਕਣ ਦਾ ਕਿਸੇ ਨੂੰ ਰੋਕ ਨਹੀਂ ਸਕਦਾ ਕੋਈ ਜੀ, ਪੁਲਿਸ ਅਫਸਰਾਂ ਨੇ ਚੁੱਕਿਆ, ਕੋਈ ਵੀ ਨਹੀਂ ਰੋਕ ਸਕਦਾ ਸਵਾਲ ਚੁੱਕਣ ਤੋਂ। ਜਦੋਂ ਤੁਸੀਂ ਇੰਡੀਪੈਂਡੈਂਟ ਦੀ ਗੱਲ ਕਰਦੇ ਹੋ ਨਾ, ਮੈਂ ਤਾਂ ਕਹਿ ਰਿਹਾ ਕਾਦੀ ਇੰਡੀਪੈਂਡੈਂਸੀ ਰਹੇਗੀ ਜਦੋਂ ਉਹਦੇ ਉੱਤੇ DGP ਵਾਲਿਆਂ ਨੇ ਸਵਾਲ ਚੁੱਕਤਾ। ਦੇਖੋ ਮੈਂ ਫਿਰ ਕਹਾਂ ਕਿ ਆਪਾਂ ਫਿਰ ਪਿਛਲੇ 10 ਸਾਲ ਤੇ ਚਲੇ ਜਾਵਾਂਗੇ। ਇਹ ਗੈਂਗਸਟਰ ਸ਼ਬਦ ਅਸੀਂ 10 ਸਾਲ ਤੋਂ ਪਹਿਲਾਂ ਪੰਜਾਬ ਦੇ ਅੰਦਰ ਤਾਂ ਸੁਣਿਆ ਨਹੀਂ ਸੀਗਾ। ਪਿਛਲੇ 10 ਸਾਲ ਕਹਿੰਦੇ ਜੀ ਅਸੀਂ ਕਾਰਵਾਈ ਨਹੀਂ, ਅਸੀਂ ਕੋਸ਼ਿਸ਼ ਕਰ ਰਹੇ ਹਾਂ। ਤੁਸੀਂ ਬੰਦ ਕਰਾਤਾ ਜਿਹੜਾ ਕੋਡ, ਜਿਹੜਾ ਕੈਂਸਰ ਤੁਸੀਂ ਪਾਤੇ ਆ ਨਾ, ਜਿਹੜਾ ਕੋਡ ਜਿਹੜਾ ਕੈਂਸਰ ਤੁਸੀਂ ਪਾਤੇ, ਐਕਸਕਿਊਜ਼ ਨਹੀਂ ਮੈਂ ਕਹਿ ਰਿਹਾ, ਜਿਹੜਾ ਇਹਨੂੰ ਸਮਾਂ ਲੱਗੂਗਾ, ਅਸੀਂ ਕੱਢ ਰਹੇ ਹਾਂ। ਸਾਡੀਆਂ ਕਮੀਆਂ ਨਹੀਂ, ਅਸੀਂ ਖਮਿਆਜਾ ਭੁਗਤਿਆ। ਤੁਹਾਨੂੰ ਮੌਕਾ ਦਿੱਤਾ, 1.5 ਸਾਲ ਹੋ ਗਿਆ, ਛੋਟੇ ਵੱਡੇ ਸਾਨੂੰ ਮੌਕਾ ਦਿੱਤਾ ਜਨਤਾ ਨੇ, ਅਸੀਂ ਕਰ ਰਹੇ ਹਾਂ। ਕ੍ਰਾਈਮ ਵੀ ਵਧਿਆ ਤੇ ਨਸ਼ਾ ਵੀ ਵਧਿਆ ਤੇ ਮੌਤਾਂ ਰੋਜ਼ ਹੋ ਰਹੀਆਂ। ਦੇਖੋ ਉਹ ਅਲਟਰਨੇਟ ਨਸ਼ਾ ਹੈ, ਉਹਦਾ ਕੋਈ ਨਾ ਕੋਈ ਹੱਲ ਸਰਕਾਰ ਕੱਢੇਗੀ, ਕੱਢ ਰਹੀ ਔਰ ਕੱਢੇਗੀ। ਸਰਕਾਰ ਦੋਸ਼ੀ ਇਸ ਵਾਲਾ ਸਕੂਬਾ ਛੱਡ ਦਿੰਦੀ ਹੈ। ਤੁਸੀਂ ਐਨੇ ਗੰਭੀਰ ਹੁੰਦੇ ਨਾ ਮਸਲੇ ਦੇ ਪ੍ਰਤੀ। ਜਦ ਪਿਛਲੀ ਤੁਹਾਡੀ ਸਰਕਾਰ ਸੀਗੀ, ਤੁਹਾਨੂੰ ਯਾਦ ਹੋਣਾ ਇੱਕ ਕਮੇਟੀ ਬਣੀ ਸੀਗੀ, ਪੁਲਿਸ ਕੰਪਲੇਂਟ ਪ੍ਰੀਵੈਂਸ਼ਨ ਕਮੇਟੀ। ਉਹ ਕਮੇਟੀ ਸਾਡੇ ਸੁਵਿਧਾ ਸੈਂਟਰ ਵੀ ਤੁਸੀਂ ਬੰਦ ਕਰਾਤੇ, ਕਮੇਟੀ ਬਣੀ ਸੀਗੀ। ਚਲੋ ਹਾਈ ਕੋਰਟ ਰਾਜਨੀਤਿਕ ਨਾ ਰਹਿ ਕੇ ਪੁਲਿਸ ਕੰਪਲੇਂਟ ਅਥਾਰਟੀ ਬਣੀ ਸੀ, ਪੁਲਿਸ ਕੰਪਲੇਂਟ ਅਥਾਰਟੀ ਬਣੀ ਸੀ। ਸੁਪਰੀਮ ਕੋਰਟ ਦੇ ਆਰਡਰ ਸੀ ਇਹ, ਸੁਪਰੀਮ ਕੋਰਟ ਦੇ ਆਰਡਰ, ਔਰ 5 ਵਾਰ ਹਾਈ ਕੋਰਟ ਨੂੰ ਆਰਡਰ ਕਰਨਾ ਪਿਆ। ਆਂਕੜੇ ਦੀ ਕੀ ਗੱਲ ਦੱਸੋ, ਰਿਜ਼ਲਟ ਕੀ ਹੈ? ਮੈਂ ਉਹੀ ਦੱਸ ਰਿਹਾ ਤੁਹਾਨੂੰ। ਰਾਠੌਰ ਸਾਹਿਬ ਆਨਾ ਵਾਪਸ ਇੱਕ ਸਵਾਲ ਹੋਰ ਤੁਸੀਂ ਉਹ ਲਾਗੂ ਨਹੀਂ ਕੀਤਾ। ਤੁਸੀਂ ਜਿਹੜੇ ਹੋਮ ਸੈਕਟਰੀ ਸੀਗੇ ਪੁਰਾਣੇ ਰਿਟਾਇਰਡ, ਉਹ ਬੈਂਸ ਸਾਹਿਬ ਨੂੰ ਬਣਾਦਾ, ਜਦ ਕਿ ਉਹਨਾਂ ਦੀ ਸਿਫਾਰਿਸ਼ਾਂ ਸੀ ਕਿ ਕਿਸੇ ਜੱਜ ਨੂੰ ਬਣਾਇਆ ਜਾਵੇ। ਇਹ ਪੁਲਿਸ ਪ੍ਰਸ਼ਾਸਨ ਦਾ ਸੱਤਿਆਨਾਸ਼ ਸੀ ਤੁਸੀਂ ਕੀਤਾ ਤੁਹਾਡੀ ਸਰਕਾਰ ਨੇ। ਚਲੋ ਬਲਟੋਆ ਸਾਹਿਬ ਤੋਂ ਜਵਾਬ ਲੈਣਾ। ਬਲਟੋਆ ਸਾਹਿਬ, ਰਾਠੌਰ ਸਾਹਿਬ ਜਿਹੜੀ ਗੱਲ ਕਹਿ ਰਹੇ ਨੇ ਉਹਦਾ ਜਵਾਬ ਦੇ ਦਿਓ, ਫਿਰ ਮੈਂ ਅੱਗੇ ਵਧਾਂਗਾ। ਦੇਖੋ ਹਰਪ੍ਰੀਤ ਜੀ, ਬੜੇ ਦੁੱਖ ਦੀ ਗੱਲ ਹੈ ਕਿ ਨਿੱਤ ਦਿਹਾੜੇ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਨੇ, ਔਰ ਸੋਸ਼ਲ ਮੀਡੀਆ 'ਚ ਜਿਹੜੇ ਨੌਜਵਾਨ ਨਸ਼ਾ ਕਰਦੇ ਨੇ ਜਾਂ ਜਿਹੜੇ ਨਸ਼ੇ ਦੀ ਪਿੱਛੇ ਪੈਰਵਾਈ ਕਰਦੇ ਨੇ, ਜਿਹੜੇ ਅੱਜ ਸਮਾਜ ਦੇ ਵਿੱਚ ਲੋਕ ਉੱਠੇ ਨੇ, ਉਹ ਕਹਿੰਦੇ ਜੀ ਚਿੱਟਾ ਸ਼ਰੇਆਮ ਅਵੇਲੇਬਲ ਹੈ, ਸ਼ਰੇਆਮ ਮਿਲਦਾ ਹੈ। ਔਰ ਮੈਂ 2-4 ਵੀਡੀਓ ਜਿਹੋ ਜਿਹੇ ਦੇਖੇ ਜਿਹੜੇ ਕਹਿੰਦੇ ਚਿੱਟਾ ਹੋਇਆ ਪਿਆ ਹੈ ਟੀਕੇ ਤੋਂ ਪਹਿਲਾਂ। ਔਰ ਮੈਂ ਅੱਜ ਸਵੇਰੇ ਹੀ ਇੱਕ TV ਚੈਨਲ ਦੇ ਉੱਤੇ ਮੇਰੀ ਉਹਨਾਂ ਬਕਾਇਦਾ ਫੋਨ ਦੇ ਉੱਤੇ ਮੈਨੂੰ ਲਿਆ ਸੀਗਾ, ਔਰ ਉਹਨਾਂ ਨੇ ਸਟਿੰਗ ਦਿਖਾਇਆ ਕਿਸੇ ਪਿੰਡ ਦਾ, ਜਿੱਥੇ ਉਹ ਕਹਿੰਦੇ ਆ ਕਿ ਅਸੀਂ ਸ਼ਰੇਆਮ ਚਿੱਟਾ ਵੇਚਦੇ ਹਾਂ, ਪੁਲਿਸ ਨੂੰ ਮਹੀਨਾ ਭਰਦੇ ਹਾਂ। ਹਾਂਜੀ, ਤੇ ਉਹਨਾਂ ਇਹ ਵੀ ਕਿਹਾ ਜਿਹੜਾ ਹੁਣ ਚਿੱਟਾ ਆਉਂਦਾ ਇਹ ਦਿੱਲੀ ਵਾਲੇ ਪਾਸਿਓਂ ਆਉਂਦਾ। ਇਹ ਵੀ ਰਿਪੋਰਟ ਆਈ। ਹੁਣ ਹੈਰਾਨੀ ਦੀ ਗੱਲ ਹੈ ਕਿ ਸਰਕਾਰ ਕੀ ਸਾਬਤ ਕਰਨਾ ਚਾਹੁੰਦੀ ਹੈ। ਲੋਕ ਤੇ ਭੁਲੇਖੇ 'ਚ ਨਹੀਂ, ਪਰ ਸਰਕਾਰ ਹੁਣ ਨਵੀਂ ਗੱਲ ਜੀ ਨਹੀਂ ਜੀ, ਇਹ ਹਾਥੀ ਵਾਲੇ ਟੀਕੇ ਆ ਗਏ ਜੀ, ਇਹ ਘੋੜਿਆਂ ਵਾਲੇ ਟੀਕੇ ਆ ਗਏ ਜੀ। ਲੋਕ ਕਹਿੰਦੇ ਚਿੱਟੇ ਨਾਲ ਮਰੇ। ਮੈਂ 2 ਘੰਟੇ ਪਹਿਲਾਂ ਹੀ ਅਜੇ ਕਿਸੇ ਨੌਜਵਾਨ ਦੇ ਘਰੇ 35 ਸਾਲਾ ਨੌਜਵਾਨ ਸੀਗਾ, ਹਾਂਜੀ, ਸਾਲ ਕਿੱਥੋਂ ਲੱਗਾ ਉਸ ਬਾਹਰੋਂ ਆਇਆ ਕਤਰ ਦੇ ਵਿੱਚ, ਉੱਥੇ ਗਿਆ ਸੀਗਾ, ਉੱਥੇ ਆਪਦੀ ਰੋਜੀ ਰੋਟੀ ਕਮਾਉਂਦਾ ਸੀਗਾ। ਸਾਲ ਪਹਿਲੋਂ ਆਇਆ, ਵਿਆਹ ਹੋਇਆ ਤੇ ਸਾਲ ਦੇ ਵਿੱਚ ਹੀ ਕੱਲ ਚੜਾਈ ਕਰ ਗਿਆ। ਹਾਂਜੀ, ਉਹ ਵੀ ਚਿੱਟੇ ਦੇ ਨਾਲ ਟੀਕਾ ਲਾਇਆ, ਚਿੱਟੇ ਦਾ ਘੋਲ ਕੇ ਸਿਰਿੰਜ 'ਚ ਟੀਕਾ ਲਾਉਂਦੇ ਨੇ ਤੇ ਚਿੱਟਾ ਅਵੇਲੇਬਲ ਆ। ਇਹ ਸਰਕਾਰ ਸੀਰੀਅਸ ਹੋਵੇ ਨਾ, ਚਿੱਟਾ ਖਤਮ ਹੋਇਆ ਆ, ਚਿੱਟਾ ਅੱਗੇ ਨਾਲੋਂ ਵਧਿਆ ਆ, ਨੌਜਵਾਨਾਂ ਦੀਆਂ ਮੌਤਾਂ ਵੱਧ ਰਹੀਆਂ ਨੇ, ਭੁਲੇਖਾ ਪਤਾ ਨਹੀਂ ਕਿਉਂ ਪਾਇਆ ਜਾ ਰਿਹਾ ਹੈ। ਔਰ ਦੂਸਰੀ ਗੱਲ ਜਿਹੜੀ ਹਰਪ੍ਰੀਤ, ਸਭ ਤੋਂ ਵੱਡੀ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ, ਬੜਾ ਇੱਕ ਦੂਜੇ ਨੂੰ ਬਦਨਾਮ ਕਰ ਲਿਆ ਜੀ, ਤੁਹਾਡੀ ਸਰਕਾਰ ਜੀ, ਸਾਡੀ ਸਰਕਾਰ ਜੀ, ਤੁਹਾਡੀ ਪਾਰਟੀ ਜੀ, ਸਾਡੀ ਪਾਰਟੀ ਜੀ। ਮੈਂ ਕਿਸੇ ਪਾਰਟੀ ਨੂੰ ਦੋਸ਼ ਨਹੀਂ ਦਿੰਦਾ। ਪੁਲਸੀਆ ਤੰਤਰ ਦੇ ਵਿੱਚ ਬੈਠੀਆਂ ਹੋਈਆਂ ਕਾਲੀਆਂ ਭੇਡਾਂ ਨੇ ਗੰਦ ਪਾਇਆ। ਸਾਰੀ ਪੁਲਿਸ ਮਾੜੀ ਨਹੀਂ, ਬੜੇ ਵਧੀਆ ਅਫੀਸਰ ਨੇ, ਚੰਗੇ ਅਫਸਰ ਵੀ, ਇਮਾਨਦਾਰ ਅਫੀਸਰ ਵੀ ਹੈਗੇ ਨੇ, ਉਹਨਾਂ ਨੇ ਗੰਦ ਪਾਇਆ। ਅੱਜ ਉਹ ਸੱਚ ਸਾਹਮਣੇ ਵੀ ਆ ਗਿਆ ਕਿ ਜੋ ਪੰਜਾਬ ਦੇ ਅੰਦਰ ਅੱਜ
ਨਸ਼ੇ ਦਾ ਧੰਦਾ ਚੱਲ ਰਿਹਾ ਹੈ, ਇਹਦੀ ਪੁਸਤ ਪਣਾਈ ਪੁਲਿਸ ਦੇ ਵਿੱਚ ਬੈਠੇ ਹੋਏ ਆਫੀਸਰ ਕਰ ਰਹੇ ਨੇ। ਇੱਕ ਸਭ ਤੋਂ ਵੱਡੀ ਜਿਹੜੀ ਖਤਰਨਾਕ ਹੈ ਮੁਹਿੰਮ ਸਰਕਾਰਾਂ ਹੰਢਾਈਆਂ ਤੇ ਦੇਖਿਆ ਵੀ ਹੈ ਕਿ ਬਾਕੀ ਮਹਿਕਮੇ 'ਚ ਅਜੇ ਘੱਟ ਹੈ, ਪੁਲਿਸ ਮਹਿਕਮੇ ਦੇ ਵਿੱਚ ਇੱਕ ਦੂਜੇ ਦੀ ਜਿਹੜੀ ਪੈਰਵਾਈ ਜਾਂ ਕਹਿ ਲਈਏ ਕਿ ਇੱਕ ਦੂਜੇ ਨੂੰ ਬਚਾਉਣ ਦੀ ਜਿਹੜੀ ਕੋਸ਼ਿਸ਼ਾਂ ਨੇ ਉਹ ਇਸ ਪੱਧਰ ਤੱਕ ਕੀਤੀਆਂ ਜਾਂਦੀਆਂ ਨੇ ਕਿ ਕਿਸੇ ਨੂੰ ਤੱਤੀ ਆਵਾਜ਼ ਨਹੀਂ ਲੱਗਣ ਦਿੱਤੀ ਜਾਂਦੀ, ਭਾਵੇਂ ਜਿੱਦਾਂ ਮਰਜ਼ੀ ਕੋਈ ਦੋਸ਼ੀ ਹੋਵੇ। ਤੇ ਹੁਣ ਵੀ ਰਾਜਨੀਤ ਨੂੰ ਬੜੀਆਂ ਬਚਾਉਣ ਦੀ ਕੋਸ਼ਿਸ਼ਾਂ ਕੀਤੀਆਂ ਗਈਆਂ। ਅਖੀਰੇ ਮੀਡੀਆ 'ਚ ਰੌਲਾ ਪਾਇਆ, ਲੋਕਾਂ ਨੇ ਰੌਲਾ ਪਾਇਆ, ਇਹ ਸਾਰਾ ਕੁਝ ਸਾਹਮਣੇ ਆਇਆ। ਠੀਕ ਹੈ ਵਲਟੋਆ ਸਾਹਿਬ, ਗੱਲ ਆ ਗਈ ਤੁਹਾਡੀ। ਔਰ ਮਸਲਾ ਇਹ ਵੀ ਹੈ ਕਿ ਹਾਲ ਹੀ ਵਿੱਚ ਸੁਪਰੀਮ ਕੋਰਟ ਨੇ ਵੀ ਫਿਰ ਇਹ ਕਹਿ ਦਿੱਤਾ ਸੀਗਾ ਦੇ ਵੇਲੇ ਕਿ ਸਿਆਸੀ ਡੀਜੀਪੀ ਸਾਹਿਬ ਨਹੀਂ ਲੱਗ ਸਕਦੇ ਜੇ ਲਾਏ ਹੋ ਜਾਣ ਤਾਂ। ਇਹ ਵੀ ਇਸੇ ਦਾ ਹੀ ਇੱਕ ਨਤੀਜਾ ਸੀ ਜਦੋਂ ਅਸੀਂ ਇਹ ਕਹਿੰਦੇ ਆ ਕਿ ਪੁਲਿਸ ਦਾ ਸਿਆਸੀਕਰਨ ਹੋ ਗਿਆ। ਤਾਂ ਜੇ ਇਹਦੇ ਵਿੱਚ ਜਦੋਂ ਸੁਪਰੀਮ ਕੋਰਟ ਤੋਂ ਆਰਡਰ ਆਉਂਦਾ ਕਿ ਜਿਹੀ ਨਿਯੁਕਤੀ ਨਹੀਂ ਹੋ ਸਕਦੀ ਜਿਹੜੀ ਸਿਆਸਤ ਤੋਂ ਪ੍ਰੇਰਿਤ ਹੋਵੇ, ਤਾਂ ਸਵਾਲ ਜ਼ਰੂਰ ਖੜਾ ਹੁੰਦਾ ਕਿ ਆਖਰਕਾਰ ਅਜਿਹਾ ਕੁਝ ਹੋ ਰਿਹਾ ਤਾਂ ਹੀ ਅਜਿਹੇ ਫੈਸਲੇ ਆ ਰਹੇ ਨੇ। ਹਾਂਜੀ ਰਠੌੜ ਸਾਹਿਬ ਕੁਝ ਕਹਿਣਾ ਚਾਹੁੰਦੇ ਜੀ? ਜਿਹੜੀ ਤੁਸੀਂ ਗੱਲ ਕਹੀ ਹੈ ਇਹ ਵੀ ਹੁਣ ਦਾ ਮਸਲਾ ਨਹੀਂ ਹੈ। ਜਿਹੜੇ ਡੀਜੀਪੀ ਸਾਹਿਬ ਜਿਹੜਾ ਸੁਪਰੀਮ ਕੋਰਟ ਨੇ ਜਿਹੜੇ ਕੇਸ ਦੀ ਮੈਂ ਗੱਲ ਕਰ ਰਿਹਾ ਨਾ, ਇਹ ਉਸੇ ਕੇਸ ਦੀ ਗੱਲ ਹੈ। ਸਾਬਕਾ ਡੀਜੀਪੀ ਸੀਗੇ ਪ੍ਰਕਾਸ਼ ਸਿੰਘ ਜੀ, ਉਹਨਾਂ ਨੇ ਪਾਇਆ ਸੀ ਕੋਰਟ ਦੇ ਅੰਦਰ ਤੇ ਉਹਨਾਂ ਨੇ ਫਿਰ ਸਾਰੇ ਜਿੰਨੇ ਸੂਬਿਆਂ ਦੀ ਸਰਕਾਰਾਂ ਜੋ ਸੁਪਰੀਮ ਕੋਰਟ ਦੀ ਹਦਾਇਤਾਂ ਸੀਗੀ ਕਿ ਤੁਸੀਂ ਪੁਲਿਸ ਕੰਪਲੇਂਟ ਅਥਾਰਟੀ ਬਣਾਓ ਇੱਕ, ਔਰ ਉਹਦੇ ਵਿੱਚ ਜਿਹੜਾ ਚੇਅਰਮੈਨ ਹੋਣਾ ਚਾਹੀਦਾ ਉਹ ਡਿਸਟ੍ਰਿਕਟ ਦੇ ਅੰਦਰ ਡਿਸਟ੍ਰਿਕਟ ਜੱਜ ਔਰ ਸਟੇਟ ਦੇ ਅੰਦਰ ਹਾਈ ਕੋਰਟ ਦਾ ਜੱਜ ਹੋਣਾ ਚਾਹੀਦਾ। ਲੇਕਿਨ ਪਿਛਲੀ ਸਰਕਾਰ ਨੇ ਫਿਰ ਮੈਂ ਬਲਟੋਆ ਸਾਹਿਬ ਨੂੰ ਕਹਾਂ, ਉਹਨਾਂ ਨੇ ਕਹਿਣਾ ਮੈਂ ਕਹਿੰਦਾ ਅਸੀਂ ਨਹੀਂ ਰਾਜਨੀਤੀ ਕਰਦੇ ਬਿਲਕੁਲ ਨਹੀਂ, ਲੇਕਿਨ ਘੱਟੋ ਘੱਟ ਹੁਣ ਤੁਸੀਂ ਹਟ ਜਾਓ, ਤੁਸੀਂ ਇਹ ਮਸਲੇ ਨੂੰ ਚੱਕ ਕੇ ਤੁਸੀਂ ਇਸ ਤਰ੍ਹਾਂ ਹੁਣ ਇਹ ਰਾਜਨੀਤੀ ਦਾ ਇੱਕ ਦੂਜਾ ਰੂਪ ਚਲਾਇਆ ਹੋਇਆ। ਨਹੀਂ ਤਾਂ ਸਵਾਲ ਤੇ ਉੱਠਣਗੇ ਨਾ, ਬਿਲਕੁਲ ਸਵਾਲ ਉੱਠਣਗੇ। ਫਿਰ ਆਪਾਂ ਸਰਕਾਰ ਬਿਲਕੁਲ ਸੰਜੀਦਾ, ਅਗਰ ਕੋਈ ਅਫਸਰੀ ਦੇ ਅੰਦਰ ਲਿਪਤ ਪਾਇਆ ਜਾਂਦਾ ਉਹਦੇ ਤੇ ਪੂਰੀ ਕਾਰਵਾਈ ਹੋਏਗੀ। ਇਹ ਨਹੀਂ ਹੈ ਕਿ ਸਰਕਾਰ ਜਿਹੜਾ ਅਫਸਰ ਹੈ ਉਹ ਬਚ ਕੇ ਚਲੇ ਜਾਏਗਾ। ਲੇਕਿਨ ਗੱਲ ਇਹ ਵੀ ਹੈ ਕਿ ਆਪਾਂ ਤੋਂ ਕੋਈ ਗਲਤੀ ਹੋਈ ਹੈ ਤਾਂ ਆਪਾਂ ਨੂੰ ਕਸੂਰ ਉਹਨੂੰ ਮੰਨਣੇ 'ਚ ਗਲਤੀ ਆਪਣੀ ਕੀ ਇਤਰਾਜ਼ ਹੈ? ਇਹ ਜਿਹੜਾ ਪਿਛਲੇ ਸਾਲਾਂ ਤੋਂ ਚੱਲਿਆ ਆ ਰਿਹਾ ਜਿਹੜਾ ਹਰਪ੍ਰੀਤ ਜੀ ਗੈਂਗ ਵਾਰ ਔਰ ਡਰੱਗ ਹੈ, ਇਹ ਪਿਛਲੇ ਸਮੇਂ ਤੋਂ ਚੱਲੀ ਆ ਰਹੀ ਹੈ। ਦੇਖੋ ਡੀ ਐਡਿਕਸ਼ਨ ਸੈਂਟਰ ਔਰਤਾਂ ਵਾਸਤੇ ਪਹਿਲੀ ਵਾਰੀ ਹੋਇਆ ਸੀ ਵੀ ਅੰਮ੍ਰਿਤਸਰ ਦੇ ਵਿੱਚ ਪਿਛਲੀ ਗਵਰਨਮੈਂਟ ਵੇਲੇ ਖੋਲ੍ਹਿਆ ਗਿਆ ਹੁਣ। ਔਰ ਦੂਜੀ ਜਿਹੜੀ ਗੱਲ ਰਠੌੜ ਸਾਹਿਬ ਕਹਿੰਦੇ ਆ ਕਿ ਆਲਟਰਨੇਟਿਵਸ ਯੂਜ਼ ਕੀਤੇ ਜਾ ਰਹੇ ਆ। ਕੋਈ ਵੀ ਜਦੋਂ ਇਸ ਤਰ੍ਹਾਂ ਦੇ ਕ੍ਰਾਈਸਿਸ ਕਿਸੇ ਸਟੇਟ ਤੇ ਆਉਂਦੇ ਜਾਂ ਕੁਝ ਵੀ ਹੈ, ਮੈਂ ਸਮਝਦਾ ਕੋਈ ਨਾ ਕੋਈ ਕੰਪਰੀਹੈਂਸਿਵ ਪਾਲਿਸੀ ਉਹਦੇ ਨਾਲ ਚਾਹੀਦੀ। ਜਦੋਂ ਅੱਜ ਰੀਹੈਬਿਲਿਟੇਸ਼ਨ ਸੈਂਟਰ ਪਹਿਲਾਂ ਤਿਆਰੀ ਹੋਣੀ ਚਾਹੀਦੀ, ਉਹਦੀ ਤਿਆਰੀ ਚਾਹੀਦੀ। ਆਪਾਂ ਨੂੰ ਪਤਾ ਸੀ ਵੀ ਇਹਨਾਂ ਨੂੰ ਨਹੀਂ ਮਿਲਣਾਗਾ, ਇਹ ਆਲਟਰਨੇਟਿਵਸ ਤੇ ਜਾਣਗੇ। ਉਹਨਾਂ ਨੂੰ ਬਚਾਉਣ ਦੇ ਲਈ ਰੀਹੈਬਿਲਿਟੇਸ਼ਨ ਸੈਂਟਰਸ ਦੇ ਵਿੱਚ ਡਾਕਟਰਸ ਪ੍ਰੋਵਾਈਡ ਕੀਤੇ ਜਾਂਦੇ, ਉੱਥੇ ਉਹਦਾ ਆਲਟਰਨੇਟਿਵਸ ਜੋ ਵੀ ਹੈਗਾ ਉਹਨਾਂ ਦੀ ਦੇਖ ਰੇਖ ਦੇ ਵਿੱਚ। ਔਰ ਸਭ ਤੋਂ ਵੱਡੀ ਗੱਲ ਹੈਗੀ ਹੈ ਇਹਨਾਂ ਨੂੰ ਅੱਜ ਜ਼ਰੂਰਤ ਹੈ ਕੋਈ ਕਮੇਟੀਆਂ ਬਣਾਉਣ, ਕੁਝ ਵੀ ਉਹ ਡਾਇਗਨੋਸ ਕਰਨ ਵੀ ਕਿਹੜੇ ਪਿੰਡ ਦੇ ਵਿੱਚ ਕਿਹੜਾ ਨਸ਼ਾ ਕਰ ਰਿਹਾ, ਉਹਨਾਂ ਨੂੰ ਉੱਥੇ ਲਿਜਾ ਕੇ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਭਰਤੀ ਕਰਵਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ। ਸੋਸ਼ਲ ਸਿਕਿਉਰਿਟੀ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਹੈ। ਤੁਸੀਂ ਦੇਖੋ ਕਈ ਵਾਰੀ ਨਾ ਕਾਲ ਦੇ ਵਿੱਚ ਕੰਮ ਜਿਹੜੇ ਹੈਗੇ ਉਹ ਗਲਤ ਹੋ ਜਾਂਦੇ ਆ। ਇੱਕ ਦੋ ਜਿਸ ਤਰ੍ਹਾਂ ਜੇ ਚੇਂਜਸ ਆਫ ਟ੍ਰਾਂਸਫਰਸ ਵੀ ਹੋਈਆਂ, ਜਿਹੜੀ ਉਹ ਟ੍ਰਾਂਸਫਰ ਹੀ ਮੇਰੇ ਖਿਆਲ ਕੋਈ ਜਲਦਬਾਜ਼ੀ ਦਾ ਨਤੀਜਾ ਕਹਿ ਸਕਦੇ ਜਾਂ ਕੁਝ ਵੀ ਹੈ, ਵਿਦਆਊਟ ਐਨੀ ਡਿਟੇਲਡ ਐਕਸਰਸਾਈਜ਼ ਔਰ ਹੋਮਵਰਕ ਜਦੋਂ ਕੋਈ ਕੰਮ ਹੁੰਦਾ ਨਾ ਉਹਦਾ ਨੁਕਸਾਨ ਹੁੰਦਾ ਹੀ ਹੁੰਦਾ। ਸੋ ਮੈਂ ਇਹੀ ਔਰ ਖੁਦ ਦੀ ਸਰਕਾਰ ਦੀ ਫਜੀਹਤ ਉਸ ਤੋਂ ਬਾਅਦ ਉਸ ਐਸਐਸਪੀ ਦੀ ਫਜੀਹਤ ਜਿਹਨੇ ਚਾਰਜ ਲਿਆ 2 ਦਿਨ ਬਾਅਦ ਉਹਨੂੰ ਟ੍ਰਾਂਸਫਰ ਕਰ ਦਿੱਤਾ। ਮੈਂ ਇੱਕ ਹੋਰ ਐਗਜ਼ਾਮਪਲ ਦੇ ਦਿੰਦਾ, ਇਮੀਡੀਏਟਲੀ ਇਹਨਾਂ ਨੇ ਟਰੱਕ ਯੂਨੀਅਨਸ, ਇਹਦੇ ਨਾਲ ਰੈਲੀਮੈਂਟਰੀ ਕੁਐਸਚਨ ਹੈ ਨਹੀਂਗਾ ਇਹ, ਪਰ ਇਮੀਡੀਏਟਲੀ ਇਹਨਾਂ ਨੇ ਟਰੱਕ ਯੂਨੀਅਨਸ ਭੰਗ ਕਰਤੀਆਂ। ਉਹਦਾ ਆਲਟਰਨੇਟਿਵ ਨਹੀਂ ਸੀ ਕੁਝ ਸੋਚਿਆ, ਬੜਾ ਖੱਜਲ ਖੁਆਰੀ ਹੋਈ। ਇਸੇ ਕਰਕੇ ਮੈਂ ਕਹਿੰਦਾ ਜਿਹੜਾ ਇਹ ਅੱਜ ਨੌਜਵਾਨ ਮਤਲਬ ਕੋਈ ਹੋਮਵਰਕ ਨਹੀਂ ਕੀਤਾ ਜਾਂਦਾ, ਐਲਾਨ ਕਰ ਦੋ। ਬਿਲਕੁਲ ਸਰਕਾਰ ਨੂੰ ਇਹ ਸੋਚਣਾ ਚਾਹੀਦਾ। ਪਿੰਡ ਪੱਧਰ ਦੀ ਗੱਲ ਕਰਦੇ ਆ ਆਪਾਂ, ਡਰੱਗ ਪ੍ਰੀਵੈਂਸ਼ਨ ਆਫੀਸਰ ਦੇ ਨਾਮ ਤੇ ਇੱਕ ਪਿੰਡਾਂ ਦੇ ਅੰਦਰ ਬੰਦੇ ਲਾਤੇ ਹੋਏ ਆ ਔਰ ਉਹਨੂੰ ਆਪਾਂ ਕੋਸ਼ਿਸ਼ ਕਰ ਰਹੇ ਆ ਕਿ ਪਤਾ ਲੱਗੇ ਕਿਹੜਾ ਬੰਦਾ ਵੇਚਦਾ, ਕਿਹੜਾ ਬੰਦਾ ਯੂਜ਼ ਕਰਦਾ, ਔਰ ਸਾਰੀ ਜਗ੍ਹਾ ਹਦਾਇਤਾਂ ਸੀਐਮ ਸਾਹਿਬ ਨੇ ਬਿਲਕੁਲ ਸਰ, ਮੈਂ ਤਾਂ ਠੀਕ ਹੈ ਬਿਲਕੁਲ ਸਮਾਂ ਘੱਟ ਹੈ। ਕੋਈ ਵੀ ਦੇਖੋ ਔਨ ਰੋਲ ਆਪਣੇ ਕੋਲੇ ਹੈਗੇ ਆ, ਕਿੰਨੇ ਕੈਮਿਸਟ ਕੰਮ ਕਰਦੇ ਆ, ਕਿੰਨੇ ਕੈਮਿਸਟ ਦੇ ਲਾਇਸੈਂਸ ਹੈ ਤੇ ਲਾਇਸੈਂਸ ਤੇ ਕੰਮ ਕੌਣ ਕਰ ਰਿਹਾ, ਜਿਹੜਾ ਸਰਕਾਰ ਕੋਲੇ ਡਾਟਾ ਉਹ ਹੈਗਾ ਕਿੰਨੇ ਲਾਇਸੈਂਸ ਇਸ਼ੂ ਹੋਏ ਆ, ਉਹਦੇ ਤੇ ਤੁਸੀਂ ਡਿਟੇਲਡ ਐਕਸਰਸਾਈਜ਼ ਕਰੋ, ਉੱਥੇ ਤੁਸੀਂ ਬੰਦ ਕਰ ਦਿਓ। ਜਿਹੜਾ ਦੁਕਾਨਾਂ ਖੁੱਲੀਆਂ ਤੁਹਾਨੂੰ ਦੀਦੀਆਂ ਨਾਰਕੋਟਿਕ ਦੇ, ਤੁਹਾਡੇ ਜਿਹੜੇ ਡਰੱਗ ਇੰਸਪੈਕਟਰਾਂ ਨੂੰ ਡਿਊਟੀਆਂ ਲਾਓ। ਡਾਕਟਰ ਦੀ ਦੁਕਾਨ ਹੁੰਦੀ ਨਹੀਂ 40 ਕਿਲੋਮੀਟਰ ਤੱਕ, ਔਰ ਕੈਮਿਸਟ ਨਹੀਂ ਇਹ ਦੇਖੋ ਅੱਖਾਂ ਨਾ ਪੂੰਝੋ, ਤੁਸੀਂ ਕਈ ਥਾਈਂ ਕਹਿਤਾ ਵੀ ਸਿਰਿੰਜਸ ਆ ਜਿਹੜੀਆਂ ਉਹ ਬੈਨ ਕਰ ਦਿਓ। ਸਿਰਿੰਜਸ ਆਨਲਾਈਨ ਅਵੇਲੇਬਲ ਹੈ, ਆਨਲਾਈਨ ਤੁਸੀਂ ਜਿੰਨੀਆਂ ਮਰਜ਼ੀ ਸਿਰਿੰਜਾਂ ਮੰਗਾ ਲਓ। ਜਿਹੜੇ ਤੁਸੀਂ ਕੈਮਿਸਟਰੀ ਗੱਲ ਕੀਤੀ ਹੈ ਕੰਮ ਕਰਨਾ ਚਾਹੀਦਾ ਉੱਥੇ ਉਹ ਸਾਰੀਆਂ ਮੀਟਿੰਗਸ ਹੋ ਰਹੀਆਂ ਨੇ ਔਰ ਅਲੱਗ-ਅਲੱਗ ਪੱਧਰ ਤੇ ਸਾਰੇ ਮੈਡੀਕਲ ਸਟੋਰਾਂ ਦੀ ਚੈਕਿੰਗ ਚੱਲ ਰਹੀ ਹੈ। ਠੀਕ, ਬੀਇੰਗ ਏ ਆਮ ਆਦਮੀ ਪਾਰਟੀ ਅਸੀਂ ਇਸ ਮੁੱਦੇ ਤੇ ਅਸੀਂ ਸਰਕਾਰ ਨੂੰ ਸਹਿਯੋਗ ਦੇਣ ਦੇ ਲਈ ਤਿਆਰ ਹੈ, ਅਸੀਂ ਨਾਲ ਆ ਸਰਕਾਰ ਦੇ। ਸਾਰੀ ਪਾਰਟੀਆਂ ਨੂੰ ਬਰਾੜ ਸਾਹਿਬ ਹੁਣ ਮਸਲਾ ਇਹ ਹੈ ਕਿ ਇਹ ਸਾਰੇ ਮਸਲੇ ਇੰਟਰਕਨੈਕਟ ਨੇ। ਜੇਕਰ ਤੁਸੀਂ ਪੁਲਿਸ ਤੰਤਰ ਦੇ ਵਿੱਚ ਸਾਫ਼ ਸਫਾਈ ਨਹੀਂ ਕਰੋਗੇ ਤਾਂ ਇਹ ਮਸਲੇ ਕਦੇ ਹੱਲ ਨਹੀਂ ਹੋ ਸਕਣਗੇ। ਭਾਵੇਂ ਉਹ ਡਰੱਗਸ ਦਾ ਮਸਲਾ ਹੋਵੇ, ਕ੍ਰਾਈਮ ਦਾ ਮਸਲਾ ਹੋਵੇ, ਗੈਂਗਸਟਰ ਦਾ ਮਸਲਾ ਹੋਵੇ, ਸਾਰਿਆਂ ਦੀ ਜੜ ਆ ਕੇ ਜਦੋਂ ਨਿਗਾਹ ਦੇ ਵਿੱਚ ਆਉਂਦੀ ਹੈ ਤਾਂ ਸਾਰਿਆਂ ਦੀਆਂ ਨਜ਼ਰਾਂ ਪੁਲਿਸ ਤੇ ਆਉਂਦੀਆਂ ਨੇ। ਪਰ ਪੁਲਿਸ ਦਾ ਜਦੋਂ ਇਹ ਹਾਲ ਦੇਖਦੇ ਆ ਤਾਂ ਇਹ ਸੋਚਣ ਲਈ ਮਜਬੂਰ ਹੋ ਜਾਂਦੇ ਆ ਕਿ ਇਹ ਅਲਾਮਤਾਂ ਦੂਰ ਕਦੋਂ ਹੋਣਗੀਆਂ ਜੇਕਰ ਅਸੀਂ ਪੁਲਿਸ ਤੰਤਰ ਦੇ ਵਿੱਚ ਸਫਾਈ ਨਹੀਂ ਰੱਖ ਸਕਦੇ।
ਦੇਖੋ ਜੀ, ਮੈਂ ਪਹਿਲਾਂ ਵੀ ਕਹਿ ਚੁੱਕਿਆ, ਕੱਲੇ ਪੁਲਿਸ ਨੂੰ ਤੁਸੀਂ ਦੋਸ਼ ਨਹੀਂ ਦੇ ਸਕਦੇ। ਠੀਕ ਹੈ ਕਿ ਅੱਤਵਾਦ ਦੇ ਸਮੇਂ 'ਚ ਇਹਨਾਂ ਨੂੰ ਮੂੰਹ ਪਿਆ ਸੀਗਾ ਤੇ ਉਹਦੇ ਵਿੱਚ ਇਹਨਾਂ ਨੇ ਬਹੁਤ ਉਹ ਤੋਂ ਜਿਹੜਾ ਜੋ ਸਿਸਟਮ ਉਸ ਵੇਲੇ ਵਿਗੜ ਚੁੱਕਿਆ ਉਹ ਅਜੇ ਚੱਲਿਆ ਆ ਰਿਹਾ। ਲੇਕਿਨ ਤੁਸੀਂ ਉਨੇ ਹੀ ਸਿਆਸਤਦਾਨ ਜਿਹੜੇ ਆ, ਜਿਹੜੀ ਪੋਲੀਟੀਕਲ ਪਾਰਟੀ ਪਾਵਰ 'ਚ ਹੁੰਦੀ ਹੈ, ਜੋ ਇਹਨਾਂ ਦਾ ਗਲਤ ਇਸਤੇਮਾਲ ਨਾ ਕਰੇ ਤਾਂ ਪੁਲਿਸ ਆਪਣੇ ਆਪ ਤੁਸੀਂ ਸਖਤੀ ਕਰੋ, ਆਪੇ ਰੁਕ ਜਾਣਗੇ। ਜਿਹੜੇ ਬੰਦੇ ਤੇ ਕੋਈ ਸ਼ਿਕਾਇਤ ਆਉਂਦੀ, ਕੁਛ ਇਮੀਡੀਏਟ ਉਹਦੇ ਐਕਸ਼ਨ ਹੋ ਜਾਏ ਤੇ ਆਪੇ ਰੁਕ ਜਾਊਗਾ, ਕਿਉਂ ਕਰਨਗੇ ਉਹ। ਲੇਕਿਨ ਇਹ ਜਿਹੜਾ ਸਿਸਟਮ ਸਾਰਾ ਖਰਾਬ ਹੋ ਚੁੱਕਿਆ, ਇਹਨੂੰ ਓਵਰਹਾਲ ਕਰਨ 'ਚ ਜਦ ਤੱਕ ਧਿਆਨਦਾਰੀ ਨਹੀਂ ਹੁੰਦੀ ਮੁਖੀ ਦੀ, ਸਰਕਾਰ ਦੀ, ਉਦੋਂ ਤੱਕ ਇਹ ਸੰਭਵ ਨਹੀਂ ਹੈ। ਠੀਕ ਹੈ, ਇੱਕ ਵਾਰੀ ਤੁਸੀਂ ਉਹਨੂੰ ਦਬਾ ਲਓਗੇ, ਕੰਟਰੋਲ ਕਰ ਲਓਗੇ, ਉਹ ਫਿਰ ਸਿਸਟਮ, ਜਦੋਂ ਸਿਸਟਮ ਹੀ ਵਿਗੜਿਆ ਉਹਨੇ ਫਿਰ ਸ਼ੁਰੂ ਕਰ ਦੇਣਾ। ਉਹ ਇਹਦਾ ਲੋੜ ਹੈ ਕਿ ਇਹ ਧਿਆਨਦਾਰੀ ਨਾਲ ਸਿਸਟਮ ਨੂੰ ਬਦਲਿਆ ਜਾਵੇ। ਮੈਨੂੰ ਯਾਦ ਆ ਅੱਜ ਤੋਂ ਕੁਝ ਸਾਲ ਪਹਿਲਾਂ ਜਦੋਂ ਪੁਲਿਸ ਦੇ ਰੂਲ ਬਣੇ ਸੀ ਨਾ ਨਵੇਂ, ਉਹਦੇ ਵਿੱਚ ਮਸਲਾ ਕੈਬਨਿਟ 'ਚ ਗਿਆ, ਜਦੋਂ ਖਰੜਾ ਗਿਆ ਉਹਦੇ 'ਚ ਚੀਫ ਸੈਕਟਰੀ ਤੇ ਉਸ ਵੇਲੇ ਦੇ ਔਲਖ DGP ਸੀ, ਉਹਨਾਂ ਨੇ ਔਰ ਤਿਆਰ ਕੀਤੇ ਸੀ ਰੂਲ ਦੇ ਖਰੜਾ। ਉੱਥੇ ਇਹ ਇਸ਼ੂ ਕੈਬਨਿਟ 'ਚ ਜਦੋਂ ਖਰੜਾ ਗਿਆ ਤੇ ਉੱਥੇ ਕਿਸੇ ਨੇ ਇਤਰਾਜ਼ ਕੀਤਾ ਕਿ ਲਓ ਜੀ, ਜੇ SHO ਨੂੰ ਜ਼ਿੰਮੇਵਾਰ ਠਹਿਰਾਤਾ ਕਿ ਇਹ ਬੰਦਾ ਜੀ ਤੁਸੀਂ ਫੜਿਆ ਤੇ SHO ਜਿਹੜਾ ਉਹਦਾ ਜਵਾਬਦੇਹ ਹੋਏਗਾ ਤੇ ਪੋਲੀਟੀਕਲ ਪਾਰਟੀ ਜਿਹੜੀ ਹੈਗੀ ਆ ਪਾਵਰ 'ਚ, ਉਹ ਕਿਵੇਂ ਇਹਨੂੰ ਆਪਣੇ ਕੰਮ ਕਿਵੇਂ ਲੈ ਸਕੇਗੀ। ਸੋ ਇਹ ਜਿਹੜੀ ਚੀਜ਼ ਆ ਨਾ, ਇਹ ਜਿਹੜੀਆਂ ਪਾਰਟੀ ਵੀ ਪਾਵਰ 'ਚ ਹੁੰਦੀ ਆ ਨਾ, ਉਹ ਇਹਨਾਂ ਨੂੰ ਵਰਤਦੇ ਆ ਔਰ ਇਸਤੇਮਾਲ ਕਰਦੇ, ਗਲਤ ਇਸਤੇਮਾਲ ਕਰਦੇ ਆ। ਠੀਕ ਹੈ, ਉਹਦੇ ਕਰਕੇ ਫਿਰ ਉਹ ਵੀ ਆਪਣੇ ਹੱਥ ਰੱਖਦੇ। ਬਿਲਕੁਲ ਬਿਲਕੁਲ, ਪਰ ਇਸ ਗੱਲ ਤੋਂ ਵੀ ਕਦੇ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਪੁਲਿਸ ਤੰਤਰ ਦੇ ਅੰਦਰ ਵੀ ਕਾਲੀਆਂ ਭੇਡਾਂ ਨੇ ਜਿਹੜੀਆਂ ਨਾਮ ਖਰਾਬ ਕਰਦੀਆਂ ਨੇ। ਮੈਂ ਬਲਟੋਆ ਸਾਹਿਬ ਇੱਕ ਆਖਰੀ ਸਵਾਲ ਪੰਜਾਬ 'ਚ ਤਾਂ ਬਹੁਤ ਹੋ ਚੁੱਕਿਆ ਹੈ। ਇਹ ਆਖਰੀ ਸਵਾਲ ਤੁਹਾਡੇ ਤੋਂ ਪੁੱਛਾਂਗਾ, ਪਿਛਲੇ 10 ਸਾਲ ਦੌਰਾਨ ਜਿਹੜੇ ਇਲਜ਼ਾਮ ਐਲੀਗੇਸ਼ਨ ਤੁਹਾਡੀ ਸਰਕਾਰ ਤੇ ਲੱਗਦੇ ਰਹੇ, ਭਾਵੇਂ ਉਹ ਡਰੱਗਸ ਦੇ ਹੋਣ ਜਾਂ ਗੈਂਗਸਟਰ ਦੇ ਹੋਣ, ਉਹਦੇ ਵਿੱਚ ਵੀ ਤੁਸੀਂ ਇਹ ਕਹਿੰਦੇ ਰਹੇ ਸੀ ਕਿ ਪੁਲਿਸ ਤੰਤਰ ਦੇ ਵਿੱਚ ਕੁਝ ਲੋਕ ਅਜਿਹੇ ਨੇ ਜੋ ਗਲਤ ਕੰਮ ਕਰਦੇ ਨੇ, ਉਹਦਾ ਖਮਿਆਜ਼ਾ ਸਰਕਾਰਾਂ ਨੂੰ ਭੁਗਤਣਾ ਪੈਂਦਾ। ਅੱਜ ਉਹੀ ਸਥਿਤੀ ਤੇ ਕਾਂਗਰਸ ਖੜੀ ਹੋਈ ਹੈ, ਜਿੱਥੇ ਪੁਲਿਸ ਦੇ ਕੁਝ ਅਫਸਰ ਅਜਿਹੇ ਕੰਮ ਕਰਦੇ ਨੇ ਔਰ ਖਮਿਆਜ਼ਾ ਭੁਗਤਣਾ ਉਹਨਾਂ ਨੂੰ ਪੈ ਰਿਹਾ। ਜਵਾਬ ਰਾਠੌਰ ਸਾਹਿਬ ਨੂੰ ਦੇਣੇ ਪੈ ਰਹੇ ਨੇ। ਹਰਪ੍ਰੀਤ ਜੀ, ਅੱਜ ਦੀ ਗੱਲ ਹੀ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਇੱਕ ਸਵਾਲ ਦੇ ਜਵਾਬ ਦੇ ਵਿੱਚ ਉੱਤਰ ਦਿੱਤਾ ਕਿ ਜਿਹੜਾ ਬਿਕਰਮ ਸਿੰਘ ਮਜੀਠੀਆ ਬਾਰੇ ਵਾਰ-ਵਾਰ ਕਿਹਾ ਜਾਂਦਾ ਕਿ ਉਹਨਾਂ ਦੇ ਵਿਰੁੱਧ ਕਾਰਵਾਈ ਕਿਉਂ ਨਹੀਂ ਹੋ ਰਹੀ, ਉਹਨਾਂ ਕਿਹਾ ਸਾਡੇ ਕੋਲੇ ਕੋਈ ਸਬੂਤ ਨਹੀਂ। ਔਰ ਦੂਸਰੀ ਗੱਲ ਜਿਹੜੀ ਹੈ, ਕੇਜਰੀਵਾਲ ਸਾਹਿਬ ਨੇ ਧੂਮ ਧੜੱਕੇ ਦੇ ਨਾਲ ਪ੍ਰਚਾਰ ਕੀਤਾ, ਥੁੱਕੇ ਚੱਟਿਆ, ਮਾਫੀ ਮੰਗੀ, ਅਨਫਾਊਂਡਡ ਐਲੀਗੇਸ਼ਨ ਦੀ ਗੱਲ ਕੀਤੀ ਕਿ ਮੈਂ ਬੇਬੁਨਿਆਦ ਦੋਸ਼ ਲਾਏ ਸੀ ਔਰ ਮੈਂ ਤੁਹਾਡੇ ਕੋਲੋਂ ਮਾਫੀ ਮੰਗਦਾ। ਪੰਜਾਬ ਦੀ ਨਹੀਂ, ਹਿੰਦੁਸਤਾਨ ਦੀ ਨਹੀਂ, ਮੇਰਾ ਖਿਆਲ ਹੈ ਕਿ ਵਰਲਡ ਦੀ ਮਸ਼ਹੂਰ ਅਖਬਾਰ ਹੈ ਦਾ ਟ੍ਰਿਬਿਊਨ, ਉਹਨਾਂ ਨੇ ਸਭ ਬਿਕਰਮ ਸਿੰਘ ਮਜੀਠੀਆ ਕੋਲੋਂ ਮਾਫੀ ਮੰਗੀ। ਔਰ ਦੂਸਰੀ ਗੱਲ, ਜਿਹੜੇ ਇਹ ਲੋਕ ਜਿਹੜੇ TV ਚੈਨਲਾਂ ਦੇ ਉੱਤੇ, ਮੀਡੀਆ ਦੇ ਵਿੱਚ, ਸੋਸ਼ਲ ਮੀਡੀਆ 'ਚ ਜਿਹੜੇ ਦੋਸ਼ ਵੀ ਲਾਉਂਦੇ ਨੇ ਨਾ, ਜਿਹੜੇ ਲੀਡਰ ਨੇ, ਇਹ ਆਫ ਦਾ ਰਿਕਾਰਡ ਸਾਰੇ ਮੰਨਦੇ ਕਿ ਸਭ ਬਿਕਰਮ ਸਿੰਘ ਮਜੀਠੀਆ ਨਾਲ ਧੱਕਾ ਹੋਇਆ। ਚਲੋ ਬਲਟੋਆ ਸਾਹਿਬ ਬੁੱਕ ਦੀ ਗੱਲ ਕਰੋ, ਕਹਿਣਾ ਕੀ ਚਾਹੁੰਦੇ ਹੋ? ਪਰਿਵਾਰ, ਰੱਬ ਨੂੰ ਮੰਨਣ ਵਾਲਾ ਪਰਿਵਾਰ, ਜਿਹੜਾ ਰੱਬ ਤੋਂ ਬਿਨਾਂ ਦੂਸਰੀ ਗੱਲ ਨਹੀਂ ਕਰਦਾ, ਉਸ ਬੰਦੇ ਨੂੰ ਸ਼ਿਕਾਰ ਬਣਾਇਆ ਗਿਆ। ਮੇਰਾ ਕਹਿਣ ਦਾ ਮਤਲਬ ਆ ਕਿ ਪਿਛਲੇ ਸਮੇਂ ਤੋਂ ਲੈ ਕੇ ਹੁਣ ਤੱਕ ਕੇਵਲ ਤੇ ਕੇਵਲ ਸਿਆਸਤ ਕੀਤੀ ਗਈ ਆ। ਪੋਲੀਟੀਕਲ ਬੰਦਿਆਂ ਨੂੰ, ਪੋਲੀਟੀਕਲ ਪਾਰਟੀਆਂ ਨੂੰ ਬਦਨਾਮ ਕਰਨ ਦੇ ਨਾਲ ਕੁਝ ਨਹੀਂ ਮਿਲਣਾ ਤੇ ਨਾ ਸੌਰਨਾ ਹੀ ਹੈ ਪੰਜਾਬ ਦਾ। ਅੱਜ ਜੇ ਸੱਚ ਸਾਹਮਣੇ ਆਇਆ ਹੈ ਕਿ ਜਿਹੜੀਆਂ ਪੁਲਿਸ ਤੰਤਰ ਦੇ ਵਿੱਚ ਬੈਠੀਆਂ ਹੋਈਆਂ ਕਾਲੀਆਂ ਭੇਡਾਂ ਆ, ਜਿਨ੍ਹਾਂ ਨੇ ਪੰਜਾਬ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਹੈ, ਖਾੜਕੂਵਾਦ ਵੇਲੇ ਦੇ ਵਾਂਗ ਕਮਾਈਆਂ ਕਰਨ ਲਈ, ਆਪਣੇ ਸਟਾਰ ਵਧਾਉਣ ਵਾਸਤੇ ਜੋ ਇਹਨਾਂ ਨੇ ਗੰਦਾ ਕੰਮ ਕੀਤਾ ਤੇ ਕਰ ਰਹੇ ਨੇ, ਉਹਨਾਂ ਦੀ ਜਿਹੜੀ ਹੈ ਸਕਰੀਨਿੰਗ ਹੋਣੀ ਚਾਹੀਦੀ ਹੈ, ਉਹਨਾਂ ਦੀ ਇਨਕੁਆਇਰੀ ਹੋਣੀ ਚਾਹੀਦੀ ਹੈ। ਪੁਲਿਸੀਆ ਤੰਤਰ ਜਿਹੜੇ ਇਹੋ ਜਿਹੀਆਂ ਕਾਲੀਆਂ ਭੇਡਾਂ ਨੇ, ਕੰਮ ਵੀ ਮਾੜੇ ਕਰਦੀਆਂ ਨੇ, ਉੱਪਰ ਰਿਪੋਰਟ ਵੀ ਗਲਤ ਭੇਜਦੀਆਂ ਨੇ। ਦੂਸਰੀ ਗੱਲ ਇੱਕ ਮੈਂ ਕਹੂੰਗਾ ਕਿ ਭਾਵੇਂ ਸਾਡੀ ਸਰਕਾਰ ਵੀ ਸੀ, 5 ਕਰੋੜ ਦੀ ਕਿਲੋ ਹੈਰੋਇਨ ਫੜੀ ਗਈ ਜੀ, ਕਿੱਥੇ 5 ਕਰੋੜ, ਕਿੱਥੇ ਰੇਟ ਹੈਗਾ? ਇਹ ਪੁਲਿਸ ਨੇ ਰੇਟ ਫਿਕਸ ਕੀਤੇ ਨੇ ਨਾ। 6000 ਕਰੋੜ ਦਾ ਸਿੰਥੈਟਿਕ ਡਰੱਗ ਫੜੀ ਗਈ ਜੀ, ਮੇਰੇ ਖਿਆਲ 6 ਕਰੋੜ ਦੀ ਸਾਰੀ ਨਹੀਂ, ਪੁਲਿਸ ਖੁਦ ਮੰਨਦੀ ਹੈ। 6000 ਕਰੋੜ ਦਾ ਐਕਟ ਬਣਾਤਾ। ਇਹਨਾਂ ਪੁਲਿਸ ਨੇ ਇਹੋ ਜੀ ਹਾਈਪ ਕ੍ਰੀਏਟ ਕੀਤੀ ਜਿਹੜੀ ਹੈ ਅਕਾਲੀ ਸਰਕਾਰ ਵੇਲੇ, ਜਿਹੜਾ ਉਹਦਾ ਸਾਨੂੰ ਖਮਿਆਜਾ ਭੁਗਤਣਾ ਪਿਆ ਤੇ ਵਿਰੋਧੀਆਂ ਨੇ ਪ੍ਰਚਾਰ ਕੀਤਾ। ਹੱਥ ਬੰਨ੍ਹ ਕੇ ਬੇਨਤੀ ਹੈ, ਅਸੀਂ ਕਾਂਗਰਸ ਦੀ ਸਰਕਾਰ ਨੂੰ ਇਸ ਵੇਲੇ ਇਸ ਕੰਮ 'ਚ ਦੋਸ਼ੀ ਨਹੀਂ ਠਹਿਰਾਉਂਦੇ, ਉਹਦੀ ਲੀਡਰਸ਼ਿਪ ਨੂੰ ਦੋਸ਼ੀ ਨਹੀਂ ਠਹਿਰਾਉਂਦੇ, ਪਰ ਘੱਟੋ ਘੱਟ ਜੋ ਸੱਚ ਸਾਹਮਣੇ ਆਇਆ ਉਹ ਤੇ ਪਹਿਰਾ ਦਿਓ। ਪੁਲਿਸੀਆ ਤੰਤਰ ਨੂੰ ਸੁਧਾਰੋ। ਜੇ ਪੁਲਿਸੀਆ ਤੰਤਰ ਦੇ ਵਿੱਚ ਬੈਠੀਆਂ ਕਾਲੀਆਂ ਭੇਡਾਂ ਸੁਧਰ ਗਈਆਂ, ਉਹਨਾਂ ਦੇ ਵਿਰੁੱਧ ਕਾਰਵਾਈ ਹੋ ਗਈ ਤੇ ਪੰਜਾਬ ਜਿਹੜਾ ਨਸ਼ਾ ਜਿਹੜਾ ਇਹਦੇ ਵਿੱਚ ਹੈ, ਇਹਦੇ ਮੇਰੇ ਕੋਲ ਟਾਈਮ ਘੱਟ। ਬਲਟੋਆ ਸਾਹਿਬ ਬਹੁਤ ਬਹੁਤ ਧੰਨਵਾਦ। ਬਲਟੋਆ ਸਾਹਿਬ
ਇਹ ਸਾਰੀ ਜਾਣਕਾਰੀ ਦੇਣ ਦੇ ਲਈ। ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ। ਔਰ ਅਸਲ ਗੱਲ ਇਹੀ ਹੈ ਕਿ ਜਦੋਂ ਸਾਰੀਆਂ ਚੀਜ਼ਾਂ ਦੀ ਜੜ ਅਸੀਂ ਲੱਭਦੇ ਹਾਂ ਤਾਂ ਸਾਨੂੰ ਨਿਗਾਹ ਦੇ ਵਿੱਚ ਇਹੀ ਆਉਂਦਾ ਹੈ ਕਿ ਇਹਨਾਂ ਸਾਰੀਆਂ ਚੀਜ਼ਾਂ ਨੂੰ ਰੋਕਣ ਦੇ ਲਈ ਪੁਲਿਸ ਇੱਕ ਅਹਿਮ ਰੋਲ ਅਦਾ ਕਰ ਸਕਦੀ ਹੈ। ਪਰ ਜਦੋਂ ਪੁਲਿਸ ਤੇ ਅਜਿਹੇ ਇਲਜ਼ਾਮ ਐਲੀਗੇਸ਼ਨ ਲੱਗਣ ਤਾਂ ਫਿਰ ਸੋਚਣ ਲਈ ਮਜਬੂਰ ਹੋ ਜਾਂਦੇ ਆ ਕਿ ਹੁਣ ਸਾਡਾ ਰਾਖਾ ਕੌਣ ਹੈ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਦੇ ਨਾਲ। ਧੰਨਵਾਦ।